ਤੁਹਾਡੇ ਪਿਤਾ ਵੱਲੋਂ ਜਿਹੜਾ ਹੈ ਤੁਹਾਡੇ ਨਾਲ ਸ਼ੋਸ਼ਣ ਕੀਤਾ ਗਿਆ ਤੇ ਇੱਕ ਪਿਤਾ ਹੀ ਹੁੰਦਾ ਜਿਹਦਾ ਸਾਨੂੰ ਹੁੰਦਾ ਵੀ ਇਹ ਉਹ ਇਨਸਾਨ ਹੈ ਜਿਸ ਨੇ ਸਾਨੂੰ ਹਰੇਕ ਮੁਸੀਬਤ ਤੋਂ ਬਚਾ ਲੈਣਾ। ਸਾਡੇ ਨਾਲ ਕੁਝ ਵੀ ਹੁੰਦਾ ਤੇ ਅਸੀਂ ਆਪਣੇ ਪਿਤਾ ਨੂੰ ਦੱਸਾਂਗੇ ਜਾਂ ਆਪਣੇ ਭਰਾ ਨੂੰ ਦੱਸਾਂਗੇ ਤਾਂ ਅਸੀਂ ਸ਼ਾਇਦ ਹੈ ਨਾ ਸਾਨੂੰ ਇਨਸਾਫ ਮਿਲੇਗਾ ਜਾਂ ਸਾਡੀ ਸਪੋਰਟ ਹੋਊਗੀ ਹੈ ਨਾ। ਬ੍ਰਦਰ ਤੁਹਾਡਾ ਨਹੀਂ, ਦੋ ਭੈਣਾਂ ਨੇ। ਪਿਓ ਨੇ ਸਾਥ ਨਹੀਂ ਦਿੱਤਾ, ਸਿਰ ਤੇ ਭਰਾ ਹੈ ਨਹੀਂ ਸੀ ਕੋਈ, ਤੇ ਮੈਨੂੰ ਲੱਗਦਾ ਉਹ ਪਰਮਾਤਮਾ ਹੀ ਮੇਰਾ ਪਿਓ ਆ। ਪੇਰੈਂਟਸ ਦਾ ਮੈਂ ਕਹਿੰਦੀ ਹਾਂ, ਜੇ ਮੇਰੀ ਮਾਂ ਵੀ ਹਿੰਮਤ ਹਾਰ ਜਾਂਦੀ ਨਾ, ਜੇ ਮੇਰੀ ਮਾਂ ਵੀ ਮੇਰਾ ਸਾਥ ਨਾ ਦਿੰਦੀ ਤਾਂ ਸ਼ਾਇਦ ਅੱਜ ਮੈਂ ਜਿਉਂਦੀ ਨਾ ਹੁੰਦੀ। ਕੁੜੀ ਵਧੀਆ ਪੜ੍ਹੀ ਲਿਖੀ ਆਰਕੀਟੈਕਟ ਕੁੜੀ, ਮਤਲਬ ਉਹਦੇ ਕੋਲ ਡਿਗਰੀਆਂ ਵੱਡੀਆਂ ਵੱਡੀਆਂ, ਹੈ ਨਾ। ਮੇਰੀ ਤਾਂ ਚਲੋ ਇੰਨੀ ਪੜ੍ਹਾਈ ਵੀ ਨਹੀਂ ਹੈਗੀ। ਸੋ ਕੁੜੀ ਨੇ ਲਵ ਮੈਰਿਜ ਕਰਾ ਲਈ, ਵਿਆਹ ਹੋਇਆ ਇੰਟਰਕਾਸਟ, ਮਤਲਬ ਕੁੜੀ ਵਧੀਆ ਪਰਿਵਾਰ ਤੋਂ ਸੀ। ਚਲੋ ਮੁੰਡਾ ਇਹਨਾਂ, ਔਰ ਮੁੰਡੇ ਦੀ ਪੜ੍ਹਾਈ ਵੀ ਘੱਟ ਸੀ, ਚਲੋ ਉਹ ਵੀ ਆਪਾਂ ਮੰਨ ਲੈਂਦੇ, ਕਹਿੰਦੇ ਆ ਕਿ ਜਦੋਂ ਅੰਡਰਸਟੈਂਡਿੰਗ ਹੁੰਦੀ ਆ ਤਦੋਂ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਹੈਗੀਆਂ, ਹੈ ਨਾ। ਤਾਂ ਵਿਆਹ ਤੋਂ 1-1.5 ਸਾਲ ਬਾਅਦ ਉਹ ਆਪਸ 'ਚ ਉਹਨਾਂ ਦਾ ਕੁਛ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ। ਉਹ ਕੁੜੀ ਨੇ ਇੱਕ ਦਿਨ ਮੈਨੂੰ ਫੇਸਬੁੱਕ 'ਤੇ ਮਿਲੀ, ਔਰ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਨੰਬਰ ਸ਼ੇਅਰ ਕੀਤਾ। ਉਹ ਕਹਿੰਦੀ ਕਿ ਮੈਂ ਆਪਣੀ ਸਟੋਰੀ ਸ਼ੇਅਰ ਕਰਨੀ ਹੈ ਨਾ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਦੱਸੋ ਕੀ? ਕਹਿੰਦੇ ਮੇਰਾ ਘਰ ਵਾਲਾ ਮੇਰੇ 'ਤੇ ਹੱਥ ਚੱਕਦਾ, ਹੈ ਨਾ। ਤਾਂ ਮੈਂ ਉਹਨੂੰ ਕਿਹਾ, ਮੈਂ ਕੋਈ ਗੱਲ ਨਹੀਂ, ਤੁਸੀਂ ਬੈਠੋ, ਗੱਲਬਾਤ ਕਰੋ, ਪੁੱਛੋ ਉਹਨੂੰ ਪਰੇਸ਼ਾਨੀ ਕੀ ਹੈ। ਪਰ ਉਹ ਜਦੋਂ ਬਹਿਸ 'ਚ ਪੈ ਗਏ, ਮਰਦ ਨੇ ਹੱਥ ਚੱਕਤਾ ਔਰਤ 'ਤੇ, ਠੀਕ ਹੈ, ਉਹ ਗੱਲ ਹੋਰ ਵੱਧ ਗਈ। ਤਾਂ ਮੈਨੂੰ ਨਹੀਂ ਸੀ ਪਤਾ, ਉਸਨੇ ਇੰਨੀ ਕੁ ਸਟੋਰੀ ਸ਼ੇਅਰ ਕਰਨ ਤੋਂ ਬਾਅਦ ਉਹਨੇ ਇੱਕ ਦਿਨ ਸਵੇਰੇ 7 ਵਜੇ ਮੈਨੂੰ ਫੋਟੋ ਭੇਜੀ, ਔਰ ਉਹ ਫੋਟੋ ਦੇਖ ਕੇ ਜਸਪ੍ਰੀਤ ਮੇਰਾ ਮਤਲਬ ਖੂਨ ਖੋਲ ਗਿਆ। ਉਹ ਕੁੜੀ ਦੇ ਮੂੰਹ 'ਤੇ ਪ੍ਰੈਸ ਲਗਾਈ ਹੋਈ ਸੀ, ਰਾਈਟ। ਮਤਲਬ ਉਸ ਟਾਈਮ ਉਹ ਰੋ ਰਹੀ ਸੀ, ਮੈਨੂੰ ਵੌਇਸ ਨੋਟ ਭੇਜੇ। ਉਹ ਕਹਿੰਦੀ ਕਿ ਮਤਲਬ ਇੰਨਾ ਰਾਤ ਮੈਨੂੰ ਗਲਾ ਘੋਟ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਔਰ ਮੇਰੇ ਮੂੰਹ 'ਤੇ ਆ ਦੀਦੀ ਉਹਨੇ ਪ੍ਰੈਸ ਲਗਾਈ ਆ, ਉਹਨੇ ਆਪਣੇ ਫੇਸ ਦੀ ਫੋਟੋ ਖਿੱਚ ਕੇ ਭੇਜੀ ਹੈ ਨਾ। ਉਸ ਟਾਈਮ ਮੈਨੂੰ ਲੱਗਿਆ ਕਿ ਕੁੜੀ ਨੂੰ ਖਤਰਾ, ਕੁੜੀ ਦੀ ਜਾਨ ਜਾ ਸਕਦੀ ਆ। ਮੈਨੂੰ ਕਿਹਾ ਕਿ ਇੱਥੋਂ ਪਹਿਲਾਂ ਤਾਂ ਮੈਨੂੰ ਆਪਣੇ ਪੇਰੈਂਟਸ ਦਾ ਨੰਬਰ ਦੇ। ਪੇਰੈਂਟਸ ਨੇੜੇ ਹੀ ਰਹਿੰਦੇ ਸੀ, ਕੋਈ ਜ਼ਿਆਦਾ ਦੂਰ ਨਹੀਂ ਸੀ, ਮਤਲਬ ਤੁਸੀਂ ਕਹਿ ਸਕਦੇ ਹੋ ਕਿ 70-80 ਕਿਲੋਮੀਟਰ ਦੀ ਦੂਰੀ 'ਤੇ ਸੀ। ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਪੇਰੈਂਟਸ ਦਾ ਨੰਬਰ ਦਿਓ। ਕਹਿੰਦੇ ਉਹ ਮੇਰੀ ਨਹੀਂ ਸੁਣਦੇ, ਪੇਰੈਂਟਸ ਨਹੀਂ ਸੁਣਦੇ ਕਿਉਂਕਿ ਮੈਂ ਇੰਟਰਕਾਸਟ ਮੈਰਿਜ ਕਰਾਈ ਸੀ, ਲਵ ਮੈਰਿਜ ਸੀ ਮੇਰੀ। ਔਰ ਉਹ ਕਹਿੰਦੇ ਕਿ ਤੂੰ ਬਸ ਅੱਜ ਤੋਂ ਬਾਅਦ ਸਾਡੀ ਨਹੀਂ ਹੈਗੀ, ਧੀ ਨਹੀਂ ਹੈਗੀ, ਹੈ ਨਾ। ਤਾਂ ਨਾ ਮੇਰੇ ਪੇਰੈਂਟਸ ਨਾ ਮੇਰੀ ਮਾਂ ਮੇਰੀ ਗੱਲ ਸੁਣਦੀ ਆ। ਮੈਨੂੰ ਕਿਹਾ, ਮੈਂ ਕਿ ਕੋਈ ਗੱਲ ਨਹੀਂ, ਤੂੰ ਪਹਿਲਾਂ ਇੱਥੋਂ ਆਪਣਾ ਸੇਫਲੀ ਨਿਕਲ। ਉਹਦੀ ਕਿਸੇ ਫਰੈਂਡ ਦਾ ਘਰ ਸੀ ਥੋੜ੍ਹੀ ਦੂਰ, ਉੱਥੇ ਆਪਣੇ ਬੱਚੇ ਨੂੰ ਲੈ ਕੇ ਪਹੁੰਚੀ। ਉਸ ਤੋਂ ਬਾਅਦ ਉੱਥੇ ਗਈ, ਉਹਦੀ ਫਰੈਂਡ ਨਾਲ ਗੱਲਬਾਤ ਕੀਤੀ, ਖਾਣਾ ਵਗੈਰਾ ਉਹਨੇ ਖਾਧਾ। ਉਹਨੇ ਟਾਈਮ 'ਚ ਮੈਂ ਉਹਦੀ ਮਦਰ ਨੂੰ ਕਾਲ ਲਗਾਇਆ। ਉਹਦੀ ਮਦਰ ਨੇ ਜਦੋਂ ਕਾਲ ਚੁੱਕਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੀ ਬੇਟੀ ਦਾ ਨਾਮ ਇਹ ਹੈ, ਤੁਹਾਨੂੰ ਪਤਾ ਤੁਹਾਡੀ ਬੇਟੀ ਨਾਲ ਕੀ ਹੋ ਰਿਹਾ? ਤਾਂ ਉਸ ਤੋਂ ਬਾਅਦ ਉਹਨਾਂ ਦੀ ਮਾਂ ਦਾ ਇਹ ਜਵਾਬ ਸੀ, ਕਹਿੰਦੇ ਹਾਂਜੀ ਸਾਨੂੰ ਪਤਾ। ਮੈਂ ਕਿਹਾ ਤੁਹਾਨੂੰ ਪਤਾ ਤੁਹਾਡੀ ਬੇਟੀ ਨਾਲ ਕੀ ਹੋਇਆ? ਕਹਿੰਦੇ ਹਾਂਜੀ ਪਤਾ। ਮੈਂ ਕਿਹਾ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਕੋਈ ਸਟੈਪ ਲੈਣਾ ਚਾਹੀਦਾ? ਨਹੀਂ, ਉਹਨਾਂ ਦਾ ਗੱਲ ਕੀ ਸੀ, ਅਸੀਂ ਆਪਣੀ ਧੀ ਨੂੰ ਇੰਨਾ ਪੜ੍ਹਾਇਆ ਲਿਖਾਇਆ, ਪਰ ਸਾਡੀ ਧੀ ਨੇ ਉੱਥੇ ਵਿਆਹ ਨਹੀਂ ਕੀਤਾ ਜਿੱਥੇ ਅਸੀਂ ਚਾਹੁੰਦੇ ਸੀ। ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਕਹਿੰਦੇ ਨੇ ਕਿ ਮਰੀ ਧੀ ਨਾਲੋਂ ਨਾ ਘਰੇ ਬਿਠਾਈ ਧੀ ਚੰਗੀ, ਨਾ। ਇਹੀ ਮਾਪੇ ਨੇ ਜਿਹੜੇ ਬਾਅਦ ਵਿੱਚ ਕੈਂਡਲ ਮਾਰਚ ਕੱਢਦੇ ਨੇ ਕਿ ਸਾਡੀ ਧੀ ਨੂੰ ਇਨਸਾਫ ਦਿਓ। ਇਹ ਗੱਲ ਕੌੜੀ ਆ, ਪਰ ਮੈਂ ਅੱਜ ਕਹਿਣਾ ਚਾਹੁੰਦੀ ਆ, ਸੱਚੀ ਆ। ਜਦੋਂ ਤੁਹਾਡੀ ਧੀ ਨੂੰ ਤੁਹਾਡੀ ਲੋੜ ਹੈ, ਤੁਸੀਂ ਉਦੋਂ ਉਹਦਾ ਸਾਥ ਨਹੀਂ ਦੇ ਰਹੇ। ਬੱਚੇ ਨੇ, ਤੁਸੀਂ ਮਾਪੇ ਹੋ, ਤੁਹਾਡੇ ਬੱਚੇ ਤੋਂ ਗਲਤੀ ਹੋ ਗਈ, ਠੀਕ ਹੈ, ਪਰ ਕੀ ਤੁਹਾਡਾ ਇੰਨਾ ਜਿਗਰਾ ਨਹੀਂ ਕਿ ਤੁਸੀਂ ਆਪਣੇ ਬੱਚੇ ਦੀ ਗਲਤੀ ਮਾफ़ ਕਰ ਦਿਓ, ਰਾਈਟ। ਜੇ ਤੁਹਾਡੀ ਧੀ ਤੋਂ ਗਲਤੀ ਹੋ ਗਈ ਤਾਂ ਉਹਨੂੰ ਸਿਰਫ ਇੰਨਾ ਕਰ ਦਿਓ ਕਿ ਅਸੀਂ ਤੇਰੇ ਨਾਲ ਆ। ਜੇ ਕੋਈ ਸਾਨੂੰ ਔਖੇ ਟਾਈਮ 'ਚ ਇੰਨਾ ਕਹਿ ਦਿੰਦਾ ਕਿ ਕੋਈ ਨਾ ਮੈਂ ਤੇਰੇ ਨਾਲ ਆ, ਤਾਂ ਸਾਡੇ ਅੰਦਰ ਹੌਸਲਾ ਵੱਧ ਜਾਂਦਾ। ਉਸ ਧੀ ਨੇ ਮੈਨੂੰ ਰੋਂਦੇ ਹੋਏ ਇੱਕੋ ਗੱਲ ਪੁੱਛੀ ਸੀ, ਕਹਿੰਦੀ ਕਿ ਮੇਰੀ ਤਾਂ ਮਾਂ ਵੀ ਮੇਰਾ ਸਾਥ ਨਹੀਂ ਦੇ ਰਹੀ, ਮੈਂ ਕਿਹਨੂੰ ਆਖਾਂ, ਮੈਂ ਕਿਹਦੇ ਕੋਲੇ ਜਾਵਾਂ। ਮੇਰੀ ਜਾਨ ਨੂੰ ਖਤਰਾ, ਮੈਂ ਕੀ ਕਰਾਂ? ਜਦੋਂ ਮੈਂ ਉਹਦੀ ਮਾਂ ਨੂੰ ਇਹ ਗੱਲ ਸਮਝਾਈ ਕਿ ਉਹ ਤੁਹਾਡੀ ਧੀ ਆ, 9 ਮਹੀਨੇ ਕੁੱਖ ਵਿੱਚ ਰੱਖਿਆ, ਕਿੰਨੇ ਸਾਲ ਤੁਸੀਂ ਉਹਦੇ ਨਾਲ ਉਹਦੇ ਸ਼ੌਂਕ ਪੂਰੇ ਕੀਤੇ ਨੇ,
ਉਹਨੂੰ ਪੜ੍ਹਾਇਆ ਲਿਖਾਇਆ, ਚੰਗੀ ਪਰਵਰਿਸ਼ ਦਿੱਤੀ। ਪਰ ਠੀਕ ਹੈ, ਤੁਹਾਡੀ ਧੀ ਤੋਂ ਗਲਤੀ ਹੋਈ ਹੈ, ਪਰ ਅੱਜ ਤੁਹਾਡੀ ਧੀ ਨੂੰ ਅੱਜ ਤੁਹਾਡੀ ਲੋੜ ਹੈ। ਤਾਂ ਮੇਰੇ ਕਹਿਣ 'ਤੇ ਬਲਜੋਤ ਨੇ ਦੁਬਾਰਾ ਫੋਨ ਕੀਤਾ ਆਪਣੀ ਮਾਂ ਨੂੰ, ਔਰ ਉਹੀ ਮਾਂ ਨੇ ਉਹਨੂੰ ਕਿਹਾ ਕਿ ਨਹੀਂ, ਤੂੰ ਘਰ ਆ, ਤੂੰ ਘਰ ਆ, ਅਸੀਂ ਤੇਰੇ ਨਾਲ ਆ। ਜਦੋਂ ਘਰੇ ਗਏ, ਠੀਕ ਹੈ, ਗਿਲੇ ਸ਼ਿਕਵੇ ਹੁੰਦੇ ਨੇ, ਰਿਸ਼ਤਿਆਂ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ, ਪਰ ਸਾਡਾ ਮਾਪੇ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਹੁੰਦਾ ਹੈ ਨਾ, ਜਦੋਂ ਤੁਹਾਡੀ ਧੀ ਔਖੇ ਟਾਈਮ 'ਚ ਤੁਹਾਨੂੰ ਉਹਦਾ ਸਾਥ ਦੇਣਾ ਚਾਹੀਦਾ। ਤਾਂ ਜਦੋਂ ਘਰੇ ਗਈ ਤਾਂ ਭੈਣ ਭਰਜਾਈ, ਕਹਿ ਸਕਦੇ ਹੋ ਕਿ ਭਰਾ ਭਰਜਾਈ ਸੀ, ਔਰ ਨਾਲ ਫਾਦਰ ਸਾਹਿਬ ਸੀ, ਠੀਕ ਹੈ, ਜਿਹੜਾ ਗਿਲਾ ਸ਼ਿਕਵਾ ਸੀ। ਲੇਕਿਨ ਜਦੋਂ ਉਹ ਬੱਚੀ ਦੀ ਮੂੰਹ 'ਤੇ ਜਿਹੜੀ ਉਹ ਜ਼ਖਮ ਸੀ, ਉਹ ਦੇਖ ਕੇ ਸ਼ਾਇਦ ਉਹਨਾਂ ਦਾ ਦਿਲ ਪਸੀਜ ਗਿਆ, ਅਤੇ ਉਹਨਾਂ ਨੇ ਉਸ ਬੱਚੇ ਦੀ ਰਿਪੋਰਟ ਲਿਖਾਈ। ਉਹਨੂੰ ਪਹਿਲਾਂ ਹਸਪੀਟਲ 'ਚ ਟ੍ਰੀਟਮੈਂਟ ਕਰਵਾਇਆ, ਉਸ ਤੋਂ ਬਾਅਦ ਉੱਥੇ ਰਿਪੋਰਟ ਕੀਤੀ। ਜਦੋਂ ਉਸ ਬੰਦੇ ਨੂੰ ਪਤਾ ਲੱਗ ਗਿਆ ਕਿ ਇਹਦੇ ਮਗਰ ਇਹਦੇ ਮਾਪੇ ਖੜੇ ਨੇ, ਤਾਂ ਬੰਦਾ ਆਪੇ ਸਿੱਧਾ ਹੋ ਗਿਆ। ਅੱਜ ਉਹੀ ਕੁੜੀ ਆ ਜਿਹੜੀ ਆਪਣੇ ਘਰੇ ਬੈਠੀ ਆ। ਪਹਿਲਾਂ ਇੱਕ ਬੇਟਾ ਸੀ, ਇੱਕ ਬੇਟਾ ਹੋਰ ਉਹਨੇ ਬਰਥ ਦਿੱਤਾ, ਜਨਮ ਦਿੱਤਾ। ਤਾਂ ਅੱਜ ਉਹੀ ਬੰਦਾ ਬਿਲਕੁਲ ਸਿੱਧਾ। ਗੱਲ ਕੀ ਹੈ, ਹੌਸਲਾ ਜ਼ੁਲਮ ਕਰਨ ਵਾਲੇ ਦਾ ਉਦੋਂ ਵੱਧਦਾ ਜਦੋਂ ਉਹਨੂੰ ਐਂ ਪਤਾ ਲੱਗ ਜਾਂਦਾ ਕਿ ਇਹ ਤਾਂ ਕਮਜ਼ੋਰ ਆ, ਇਹਦੇ ਮਗਰ ਕਿਹਨੇ ਆਉਣਾ, ਇਹਦੇ ਨਾਲ ਮੈਂ ਜੋ ਮਰਜ਼ੀ ਕੁਝ ਕਰਾਂ। ਪਰ ਜਦੋਂ ਉਹਨੂੰ ਪਤਾ ਲੱਗ ਜੇ ਕਿ ਇਹਦੇ ਮਗਰ ਇੰਨੇ ਬੰਦਿਆਂ ਦੀ ਸਪੋਰਟ ਖੜੀ ਆ, ਹੈ ਨਾ, ਤੇ ਇਹ ਮੈਨੂੰ ਪੁਲਿਸ ਥਾਣਿਆਂ 'ਚ ਘੜੀਸਣਗੇ, ਮੇਰੀ ਬਦਨਾਮੀ ਹੋਊਗੀ, ਮੇਰਾ ਘਰ ਟੁੱਟੂਗਾ, ਉਹ ਬੰਦਾ ਆਪੇ ਸਿੱਧਾ ਹੋ ਜਾਂਦਾ। ਗੱਲ ਕੀ ਹੈ ਕਿ ਸਿਰਫ ਸਾਥ ਦੀ। ਮੈਂ ਇੱਕ ਜਗ੍ਹਾ 'ਤੇ ਗਈ ਸੀ, ਤਾਂ ਉੱਥੇ ਪਤਾ ਲੱਗਿਆ ਕਿ ਉਹਨਾਂ ਕੋਲੇ ਇੱਕ ਬੱਚਾ ਆਇਆ, ਔਰ ਉਸ ਬੱਚੇ ਦਾ ਜਿੱਥੇ ਉਹ ਕੰਮ ਕਰਦਾ ਸੀ ਢਾਬੇ 'ਤੇ, ਤਾਂ ਢਾਬੇ ਵਾਲੇ ਉਹਦਾ ਰੇਪ ਕਰਦੇ ਸੀ। ਤਕਰੀਬਨ 15 ਸਾਲ ਦਾ ਮੁੰਡਾ ਸੀ, 10-15 ਸਾਲ ਦਾ ਮੁੰਡਾ ਸੀ, ਉਹਦਾ ਢਾਬੇ ਵਾਲੇ ਰੇਪ ਕਰਦੇ ਸੀ, ਹੈ ਨਾ। ਤਾਂ ਉਸ ਟਾਈਮ ਉਹਨੂੰ ਉੱਥੋਂ ਛੁਡਾ ਕੇ ਲੈ ਕੇ ਆਂਦਾ, ਹੈ ਨਾ। ਤਾਂ ਬੜਾ ਇਸ ਚੀਜ਼ ਨੂੰ ਹੁੰਦਾ ਹੈ ਕਿ ਉਹ ਬੱਚਾ ਅੱਜ ਦੇ ਸਮੇਂ 'ਚ ਮਾਨਸਿਕ ਤੌਰ 'ਤੇ ਠੀਕ ਨਹੀਂ ਹੈਗਾ। ਮਾਪਿਆਂ ਨੂੰ ਤੁਹਾਡੇ ਚੈਨਲ ਦੇ ਥਰੂ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ, ਹੈ ਨਾ, ਪਰ ਅਸੀਂ ਮਾਪੇ ਹਾਂ, ਸਾਨੂੰ ਪਤਾ ਸਾਡੇ ਬੱਚੇ ਲਈ ਕੀ ਚੰਗਾ ਅਤੇ ਕੀ ਮਾੜਾ। ਜੇ ਤੁਹਾਡੇ ਬੱਚੇ ਤੋਂ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਹੈ ਨਾ। ਅੱਜ ਦੇ ਸਮੇਂ 'ਚ ਅਸੀਂ ਕੀ ਕਰਦੇ ਹਾਂ ਕਿ ਸਬਰ ਹੈ ਨਹੀਂ ਸਾਡੇ ਅੰਦਰ, ਹੈ ਨਾ। ਬੱਚੇ ਵੀ ਬਹੁਤ ਕਾਹਲੀ ਕਰਦੇ ਨੇ, ਬੱਚੇ ਵੀ ਫੈਸਲਾ ਲੈਣ ਲੱਗੇ ਬਹੁਤ ਕਾਹਲੀ ਕਰਦੇ ਨੇ, ਪਰ ਸਬਰ ਸੰਤੋਖ ਰੱਖਣਾ ਆਪਣੇ ਅੰਦਰ ਬੜਾ ਜ਼ਰੂਰੀ ਹੈ ਨਾ। ਔਰ ਦੂਜੀ ਗੱਲ ਇਹ ਹੈ ਕਿ ਜੇ ਤੁਹਾਡੇ ਬੱਚੇ ਤੋਂ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਲੇਕਿਨ ਉਹਦਾ ਸਾਥ ਨਾ ਛੱਡੋ ਕਦੇ ਵੀ, ਕਦੇ ਵੀ। ਤਾਂ ਮੈਂ ਕਦੇ ਵੀ ਲੋਕਾਂ ਦੀ ਪਰਵਾਹ ਨਹੀਂ ਕੀਤੀ ਹੈਗੀ, ਕਦੇ ਵੀ ਨਹੀਂ। ਜੇ ਮੈਂ ਲੋਕਾਂ ਦੀ ਪਰਵਾਹ ਕਰਦੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਸਕੂਲਸ 'ਚ ਜਾ ਕੇ ਸੈਮੀਨਾਰ ਨਾ ਦਿੰਦੀ, ਅੱਜ ਕਾਲਜਸ 'ਚ ਜਾ ਕੇ ਮੈਨੂੰ ਲੋਕ ਐਜ਼ ਏ ਗੈਸਟ ਲੈਕਚਰ ਨਾ ਬੁਲਾਉਂਦੇ, ਹੈ ਨਾ। ਬਟ ਮੈਂ ਲੋਕਾਂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਲੋਕ ਕੀ ਕਰਦੇ ਨੇ, ਲੋਕ ਤੁਹਾਨੂੰ ਹਮੇਸ਼ਾ ਨੀਚੇ ਗਿਰਾਉਣ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਤੁਸੀਂ ਪ੍ਰੋਫੈਸ਼ਨਲ ਲਾਈਫ ਦੇਖ ਲਓ ਜਾਂ ਪਰਸਨਲ ਲਾਈਫ ਦੇਖ ਲਓ, ਕੁਝ ਵੀ ਆ, ਹਰੇਕ ਬੰਦਾ ਤੁਹਾਡਾ ਦੋਸਤ ਨਹੀਂ ਹੋ ਸਕਦਾ, ਰਾਈਟ। ਹਰੇਕ ਬੰਦਾ ਤੁਹਾਡੇ ਬਾਰੇ ਚੰਗਾ ਨਹੀਂ ਸੋਚ ਸਕਦਾ, ਹੈ ਨਾ। ਔਰ ਇੱਕ ਚੀਜ਼ ਹੈ ਕਿ ਜਦੋਂ ਵੀ ਤੁਸੀਂ ਕੁਝ ਚੰਗਾ ਕਰੋਗੇ ਨਾ, ਲੋਕ, ਮੈਂ ਕਹਿੰਦੇ 10 ਦੇ ਵਿੱਚੋਂ 8 ਲੋਕ ਹੋਣਗੇ ਜਿਹੜੇ ਤੁਹਾਨੂੰ ਮਾੜਾ ਕਹਿਣਗੇ, ਰਾਈਟ। ਲੇਕਿਨ 2 ਲੋਕ ਹੋਣਗੇ ਜਿਹੜੇ ਤੁਹਾਨੂੰ ਕਹਿਣਗੇ ਕਿ ਹਾਂ ਤੂੰ ਆਹ ਚੀਜ਼ ਬਹੁਤ ਅੱਛੀ ਕੀਤੀ ਆ। ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਦੇਖੋ, ਤੁਸੀਂ ਕੋਈ ਵੀ ਇੰਟਰਵਿਊ ਕਰਦੇ ਹੋ, ਠੀਕ ਹੈ, ਕਹਿਣਗੇ ਜਸਪ੍ਰੀਤ ਤੂੰ ਆਹ ਚੀਜ਼ ਅੱਛੀ ਨਹੀਂ ਕੀਤੀ ਹੈਗੀ। ਤੁਹਾਡੇ 'ਚ ਮੇਰੇ ਕਹਿੰਦੀ ਨੁਕਸ ਕੱਢਣ ਵਾਲੇ 100 ਜਾਣੇ ਹੋਣਗੇ, ਤੇਰੇ ਕੈਮਰੇ ਦਾ ਆਹ ਐਂਗਲ ਠੀਕ ਨਹੀਂ ਸੀ, ਹੈ ਨਾ, ਤੂੰ ਉੱਥੇ ਆਹ ਸਵਾਲ ਗਲਤ ਪੁੱਛ ਲਿਆ, ਰਾਈਟ। ਲੇਕਿਨ ਬਹੁਤ ਘੱਟ ਲੋਕ ਹੋਣਗੇ, ਯਾਰ ਤੇਰੀ ਤਾਂ ਇੰਟਰਵਿਊ ਬੜੀ ਕਮਾਲ ਦੀ ਸੀ, ਜਸਪ੍ਰੀਤ ਤੂੰ ਤਾਂ ਬਹੁਤ ਚੰਗਾ ਬੋਲੀ। ਜੇ ਤੁਹਾਡੇ 'ਤੇ ਡਿਪੈਂਡ ਹੈ ਤੁਸੀਂ ਉਹ 8 ਲੋਕਾਂ 'ਤੇ ਧਿਆਨ ਦੇਣਾ ਜਾਂ ਤੁਸੀਂ ਉਹ 2 ਲੋਕਾਂ 'ਤੇ ਧਿਆਨ ਦੇਣਾ, ਇਹ ਹੁਣ ਤੁਹਾਡੇ 'ਤੇ ਡਿਪੈਂਡ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। 21ਵੀਂ ਸਦੀ ਦਾ ਦੌਰ ਚੱਲ ਰਿਹਾ ਹੈ, ਲੋਕ ਬਹੁਤ ਪੜ੍ਹੇ ਲਿਖੇ ਵੀ ਨੇ, ਬਹੁਤ ਸਮਝਦਾਰ ਵੀ ਨੇ, ਪਰ ਫਿਰ ਵੀ ਅੱਜ ਦੇ ਟਾਈਮ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਔਰਤ
ਪੂਰਨ ਤੌਰ ਤੇ ਸੁਰੱਖਿਅਤ ਹੈ। ਕਾਰਨ ਤੁਸੀਂ ਸਾਰੇ ਜਾਣਦੇ ਹੋ। ਅੱਜ ਵੀ ਅਖਬਾਰ ਦਾ ਪੰਨਾ ਖੋਲ੍ਹਦੇ ਹਾਂ ਤਾਂ ਕੋਈ ਨਾ ਕੋਈ ਖਬਰ ਸਾਨੂੰ ਸੁਣਨ ਨੂੰ ਮਿਲ ਹੀ ਜਾਂਦੀ ਆ। ਅੱਜ ਇਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਇੱਕ ਬਹੁਤ ਹੀ ਵੱਡੀ ਐਗਜ਼ਾਮਪਲ ਤੇ ਮੋਟੀਵੇਸ਼ਨਲ ਸਪੀਕਰ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਤੇ ਉਹਨਾਂ ਬਹੁਤ ਸਾਰੀਆਂ ਕੁੜੀਆਂ ਦੇ ਲਈ ਇਹ ਇੰਟਰਵਿਊ ਹੋਵੇਗੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਸ ਟਾਈਮ ਦੇ ਵਿੱਚੋਂ, ਜਿਸ ਟਾਈਮ ਦੇ ਵਿੱਚ ਉਹ ਗੁਜ਼ਰ ਰਹੀਆਂ ਨੇ, ਉਸ ਮਾੜੇ ਵਕਤ ਦੇ ਵਿੱਚੋਂ ਨਿਕਲਣ ਦੇ ਲਈ। ਮੈਡਮ ਸਾਡੇ ਨਾਲ ਮੌਜੂਦ ਹੈ। ਮੈਮ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਇਹ ਦੱਸੋ ਹਾਲ ਚਾਲ ਕੀ ਹੈ, ਠੀਕ ਠਾਕ ਹੋ? ਬਿਲਕੁਲ ਜੀ, ਬਹੁਤ ਵਧੀਆ। ਤੁਸੀਂ ਦੱਸੋ ਜਸਪ੍ਰੀਤ? ਬਸ ਵਧੀਆ। ਮੈਮ ਜਿਵੇਂ ਕਿ ਮੈਂ ਸਟਾਰਟ ਕੀਤਾ ਕਿ ਬਹੁਤ ਸਾਰੀਆਂ ਕੁੜੀਆਂ ਨੇ, ਤੁਸੀਂ ਵੀ ਇੱਕ ਦੌਰ ਫੇਸ ਕੀਤਾ ਆ, ਬਹੁਤ ਕੁਝ ਜ਼ਿੰਦਗੀ ਦੇ ਵਿੱਚ ਦੇਖਿਆ ਹੈ, ਬਹੁਤ ਕੁਝ ਇੱਦਾਂ ਦੇ ਪਲ ਸੀ, ਇੱਦਾਂ ਦੇ ਮੂਮੈਂਟ ਸੀ ਜਿਨ੍ਹਾਂ ਨੇ ਤੁਹਾਨੂੰ ਝੰਜੋੜ ਕੇ ਰੱਖਿਆ, ਪਰ ਤੁਸੀਂ ਉਹਨਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਆਪਣੇ ਉੱਤੇ, ਅਤੇ ਉਹਦੇ ਵਿੱਚੋਂ ਬੜੇ ਆਪਣੇ ਆਪ ਨੂੰ ਹੈ ਨਾ ਬਾਹਰ ਕੱਢਿਆ, ਅਤੇ ਅੱਜ ਇੱਕ ਬਹੁਤ ਸੋਹਣਾ ਹਸਮੁਖ ਚਿਹਰਾ ਆ ਹੈ ਨਾ। ਅਤੇ ਇਹਦੇ ਵਿੱਚ ਦਰਦ ਬਹੁਤ ਨੇ। ਕੀ ਉਹ ਕਹਾਣੀਆਂ ਅਸੀਂ ਜਿਹੜਾ ਹੈਗਾ ਤੁਹਾਡੇ ਜ਼ਖਮਾਂ ਨੂੰ ਕੁਰੇਦਣਾ ਸਾਡਾ ਜਿਹੜਾ ਮਕਸਦ ਨਹੀਂ, ਅਸੀਂ ਸਿਰਫ ਮਕਸਦ ਇਹ ਆ ਕਿ ਤੁਹਾਡੇ ਵਰਗੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਬੀਤ ਰਿਹਾ ਆ, ਉਹ ਸੁਣ ਕੇ ਤੁਹਾਡੇ ਤੋਂ ਮੋਟੀਵੇਟ ਹੋ ਕੇ ਆਪਣੇ ਲਈ ਆਵਾਜ਼ ਉਠਾ ਸਕਦੀਆਂ ਨੇ। ਜੀ ਜਸਪ੍ਰੀਤ, ਜੇ ਮੈਂ ਗੱਲ ਕਰਾਂ ਕਹਾਣੀ ਦੀ ਤਾਂ ਮੈਨੂੰ ਲੱਗਦਾ ਨਹੀਂ ਕਿ ਮੇਰੀ ਕਹਾਣੀ ਕਿਸੇ ਨੂੰ ਨਾ ਪਤਾ ਹੋਏਗੀ। ਤਾਂ ਅਨਾਮਿਕਾ ਸੰਧੂ ਇੱਕ ਮੇਰੇ ਖਿਆਲ 'ਚ ਨਾਮ ਕਾਫੀ ਹੋ ਚੁੱਕਿਆ ਅਤੇ ਕਾਫੀ ਲੋਕ ਜਾਣਦੇ ਨੇ ਇਸ ਬਾਰੇ। ਅਤੇ ਜੇ ਤੁਸੀਂ ਗੂਗਲ 'ਤੇ ਵੀ ਸਰਚ ਕਰੋਗੇ ਅਨਾਮਿਕਾ ਸੰਧੂ ਬਾਰੇ ਤਾਂ ਤੁਹਾਡੇ ਕੋਲ ਬਹੁਤ ਸਾਰੀ ਚੀਜ਼ਾਂ ਸਾਹਮਣੇ ਨਿਕਲ ਕੇ ਆ ਜਾਣੀਆਂ ਨੇ ਮੇਰੀ ਕਹਾਣੀ ਬਾਰੇ, ਹੈ ਨਾ। ਕਹਾਣੀ ਦੀ ਗੱਲ ਕਰਾਂ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਇਨਸਾਨ ਦੀ ਕੋਈ ਨਾ ਕੋਈ ਕਹਾਣੀ ਆ। ਤੁਹਾਡੀ ਵੀ ਹੋਏਗੀ, ਰਾਈਟ, ਮੇਰੀ ਵੀ ਹੈ, ਹਰ ਇਨਸਾਨ ਦੀ ਆ। ਲੇਕਿਨ ਉਸ ਕਹਾਣੀ ਦੇ ਵਿੱਚ ਅਸੀਂ ਬੜੀ ਵਾਰੀ ਟੁੱਟਦੇ ਹਾਂ, ਹੈ ਨਾ। ਹੁਣ ਉਹ ਟੁੱਟਣ ਤੋਂ ਬਾਅਦ ਅਸੀਂ ਉਹ ਟੁਕੜਿਆਂ ਨੂੰ ਇਕੱਠਾ ਕਰਕੇ, ਠੀਕ ਹੈ, ਉਹਨੂੰ ਆਪਣੇ ਆਪ ਨੂੰ ਸਹੀ ਸਾਬਿਤ ਕਰਨਾ, ਹੈ ਨਾ। ਕਹਿੰਦੇ ਨੇ ਕਿ ਜਦੋਂ ਮੁਸੀਬਤਾਂ ਆਉਂਦੀਆਂ ਨੇ ਨਾ ਤਾਂ ਬੜੇ ਸਾਰੇ ਇਨਸਾਨ ਟੁੱਟ ਜਾਂਦੇ ਨੇ, ਬਿਖਰ ਜਾਂਦੇ ਨੇ, ਲੇਕਿਨ ਉਹ ਬਿਖਰਨ ਤੋਂ ਬਾਅਦ ਆਪਣੇ ਆਪ ਨੂੰ ਨਿਖਾਰਨਾ, ਉਹ ਕਿਵੇਂ ਨਿਖਾਰਨਾ, ਉਹ ਸਾਨੂੰ ਪਤਾ ਹੋਣਾ ਚਾਹੀਦਾ, ਹੈ ਨਾ। ਜੇ ਗੱਲ ਕਰੀਏ ਮੁਸੀਬਤਾਂ ਦੀ ਤਾਂ ਅੱਜ ਦੇ ਸਮੇਂ ਦੇ ਵਿੱਚ ਚਾਹੇ ਕੋਈ ਔਰਤ ਹੈ ਚਾਹੇ ਕੋਈ ਮਰਦ ਹੈ ਨਾ, ਮੁਸੀਬਤਾਂ ਤਾਂ ਹਰ ਕਿਸੇ ਦੇ ਪੱਲੇ ਹੈਗੀਆਂ ਨੇ, ਹੈ ਨਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਨਾਨਕ ਦੁਖੀਆ ਸਭ ਸੰਸਾਰ, ਹੈ ਨਾ। ਤਾਂ ਜੇ ਆਪਾਂ ਕੋਠੇ 'ਤੇ ਚੜ੍ਹ ਕੇ ਦੇਖੀਏ ਨਾ, ਹਰ ਘਰ ਅੱਗ ਬਲਦੀ ਆ, ਹਰ ਕਿਸੇ ਦੀ ਕੋਈ ਨਾ ਕੋਈ ਸਟੋਰੀ ਆ। ਕੋਈ ਬੱਚਿਆਂ ਤੋਂ ਦੁਖੀ ਆ, ਕੋਈ ਮਾਪਿਆਂ ਤੋਂ ਦੁਖੀ ਆ, ਕੋਈ ਪੈਸੇ ਪੱਖੋਂ ਦੁਖੀ ਆ, ਕੋਈ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਦੁਖੀ ਆ, ਕੋਈ ਕੰਮਕਾਜ ਨੂੰ ਲੈ ਕੇ ਦੁਖੀ ਆ, ਹੈ ਨਾ। ਮੁਸ਼ਕਿਲਾਂ ਤਾਂ ਹੈਗੀਆਂ ਨੇ ਨਾ, ਔਕੜਾਂ ਤਾਂ ਹੈਗੀਆਂ ਨੇ ਨਾ, ਲੇਕਿਨ ਉਹ ਔਕੜਾਂ ਦੇ ਵਿੱਚ ਆਪਣੇ ਆਪ ਨੂੰ ਅਸੀਂ ਸੰਭਾਲਣਾ ਕਿਵੇਂ ਆ, ਇਹ ਸਭ ਤੋਂ ਜ਼ਰੂਰੀ ਹੁੰਦਾ, ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ, ਹੈ ਨਾ। ਹੁਣ ਜੇ ਮੈਂ ਗੱਲ ਕਰਾਂ ਆਪ ਦੀ, ਤਾਂ ਮੈਂ ਜੇ ਅੱਜ ਇੱਥੇ ਪਹੁੰਚੀ ਹਾਂ, ਜੇ ਤੁਸੀਂ ਅੱਜ ਮੇਰੇ ਕੋਲੇ ਆਏ ਹੋ ਤਾਂ ਮੇਰੇ ਲਈ ਇੱਕ ਗੋਲ ਸੀ। ਮੈਂ ਉਹ ਗੋਲ ਤੋਂ ਸਾਈਡ ਨਹੀਂ ਹੋਈ, ਹੈ ਨਾ। ਮੈਨੂੰ ਪਤਾ ਸੀ ਕਿ ਉਹ ਮੇਰੀ ਮੰਜ਼ਿਲ ਹੈ, ਮੈਂ ਉੱਥੇ ਪਹੁੰਚਣਾ। ਮੈਨੂੰ ਪਤਾ ਸੀ ਕਿ ਰਸਤੇ 'ਚ ਬੜੇ ਔਕੜਾਂ ਆਉਣਗੀਆਂ, ਰਾਹਾਂ ਦੇ ਵਿੱਚ ਕਹਿੰਦੇ ਨਾ ਪੱਥਰ ਆਉਣਗੇ, ਤੁਹਾਡੇ ਪੈਰਾਂ 'ਚ ਕੰਡੇ ਵੀ ਚੁੱਭਣਗੇ, ਲੇਕਿਨ ਉਹ ਕੰਡਿਆਂ ਨੂੰ ਕੱਢਣਾ ਤੁਸੀਂ, ਉਹ ਸੂਲਾਂ ਨੂੰ ਤੁਸੀਂ ਕੱਢਣਾ, ਠੀਕ ਹੈ। ਉਹ ਮੈਂ ਕੱਢਿਆ। ਮੇਰੀ ਮਾਂ ਮੇਰੇ ਲਈ ਸਭ ਤੋਂ ਵੱਡੀ ਮੋਟੀਵੇਸ਼ਨ ਹੈ ਨਾ। ਜੇ ਮੇਰੀ ਮਾਂ ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦੀ, ਹੈ ਨਾ। ਮੈਂ ਹਮੇਸ਼ਾ ਹਰ ਇੰਟਰਵਿਊ ਦੇ ਵਿੱਚ, ਹਰ ਸੈਮੀਨਾਰ 'ਤੇ ਇਹੀ ਗੱਲ ਕਹਿੰਦੀ ਹੁੰਦੀ ਹੈ ਕਿ ਮੇਰੀ ਮਾਂ ਸੀ ਮੇਰੇ ਨਾਲ। ਲੇਕਿਨ ਬੜੀਆਂ ਕੁੜੀਆਂ ਨੇ ਜਿਨ੍ਹਾਂ ਦੀ ਸਟੋਰੀਜ਼ ਮੇਰੇ ਕੋਲ ਆਉਂਦੀਆਂ ਨੇ, ਰੋਂਦੀਆਂ ਨੇ ਫੋਨ ਕਰਕੇ ਕਿ ਸਾਡੀ ਮਾਂ ਨਹੀਂ ਸਾਡੇ ਨਾਲ ਹੈਗੀ, ਸਾਡੀ ਮਾਂ ਨਹੀਂ ਸਾਡਾ ਸਾਥ ਦਿੰਦੀ, ਹੈ ਨਾ। ਜੇ ਅੱਜ ਦੇ ਸਮੇਂ 'ਚ ਅਸੀਂ ਗੱਲ ਕਰੀਏ ਵੂਮਨ ਇੰਪਾਵਰਮੈਂਟ ਦੀ, ਹੈ ਨਾ, ਜੇ ਔਰਤ ਹੀ ਔਰਤ ਦਾ ਸਾਥ ਨਹੀਂ ਦਊਗੀ ਤਾਂ ਕੀ ਤੁਸੀਂ ਕਿਸੇ ਮਰਦ ਦੇ ਅੱਗੇ ਹੱਥ ਫੈਲਾਓਗੇ, ਹੈ ਨਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਘਰ ਦੇ ਵਿੱਚ ਤੁਹਾਡੀ ਧੀ ਹੈ, ਤੁਹਾਡੀ ਭੈਣ ਹੈ ਨਾ, ਤੁਹਾਡੀ ਕੋਈ ਵੀ ਕਿਸੇ ਨਾਲ ਤੁਹਾਡੀ ਰਿਸ਼ਤੇਦਾਰੀ ਹੈ ਤਾਂ ਉਹ ਔਰਤ ਹੈ ਨਾ। ਤਾਂ ਔਰਤ ਹੀ, ਔਰਤ ਤਾਂ ਕਹਿੰਦੇ ਨੇ ਦੁੱਖ ਸਭ ਤੋਂ ਪਹਿਲਾਂ ਸਮਝਦੀ ਹੈ ਨਾ। ਤਾਂ ਔਰਤ ਹੀ ਅਗਰ ਔਰਤ ਦਾ ਸਾਥ ਨਹੀਂ ਦੇਵੇਗੀ, ਹੈ ਨਾ, ਤਾਂ ਫਿਰ ਉਸ ਤੋਂ ਬਾਅਦ ਤਾਂ ਤੁਸੀਂ ਕਿਸੇ ਹੋਰ ਅੱਗੇ ਤਾਂ ਹੱਥ ਫੈਲਾ ਹੀ ਨਹੀਂ ਸਕਦੇ। ਤਾਂ ਅੱਜ ਦੇ ਸਮੇਂ ਦੇ ਵਿੱਚ ਔਰਤ ਨੂੰ ਔਰਤ ਦਾ ਸਾਥ ਦੇਣਾ ਬੜੀ ਜ਼ਰੂਰੀ ਹੈ। ਇਹ ਗੱਲ ਨਾਲ ਪਰਵਾਹ ਕਰੋ ਕਿ ਉਹ ਮੇਰੀ ਨੂੰਹ ਹੈ, ਮੈਂ ਕਿਉਂ ਉਹਦਾ ਦੇਖਾਂ, ਹੈ ਨਾ। ਉਹਦਾ ਫਲਾਣਾ ਰਿਸ਼ਤੇਦਾਰ ਹੈ, ਮੈਂ ਉਹਨੂੰ ਕਿਉਂ ਦੇਖਾਂ, ਨਹੀਂ। ਇੱਕ ਇਨਸਾਨੀਅਤ ਦੇ ਤੌਰ 'ਤੇ ਤੁਸੀਂ ਰਿਸ਼ਤੇ ਭੁੱਲ ਜਾਓ, ਲੇਕਿਨ ਇਨਸਾਨੀਅਤ ਦੇ ਤੌਰ 'ਤੇ ਤੁਸੀਂ ਸਾਥ ਜ਼ਰੂਰ ਦਿਓ। ਤੁਹਾਡੇ ਨਾਲ ਜੋ ਹੋਇਆ ਹੈ ਨਾ, ਮਹਿਜ
ਛੋਟੀ ਉਮਰ ਸੀਗੀ ਹੈ ਨਾ। ਆਪਾਂ ਬੜੇ ਕੇਸਿਸ ਇੱਦਾਂ ਦੇ ਦੇਖਦੇ ਹਾਂ ਕਿ 5 ਸਾਲ ਦੀ ਬੱਚੀ ਦੇ ਨਾਲ ਹੈ ਨਾ, 2 ਸਾਲ ਦੀ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ ਨਾ। ਅਤੇ ਇੰਨੀ ਛੋਟੀ ਉਮਰ ਦੇ ਵਿੱਚ ਐਡਾ ਹਾਦਸਾ ਹੋ ਜਾਣਾ, ਕਿਤੇ ਨਾ ਕਿਤੇ ਉਹ ਜ਼ਖਮ ਜਿਹੜੇ ਆ ਉਹ ਜ਼ਿੰਦਗੀ ਭਰਦੇ ਆ ਤੁਹਾਨੂੰ। ਅਤੇ ਉਹ ਕਿਵੇਂ ਆਪਣੇ ਆਪ ਨੂੰ ਤੁਸੀਂ ਉੱਥੋਂ ਦਲਦਲ ਦੇ ਵਿੱਚੋਂ ਕੱਢਿਆ ਸੀਗਾ? ਕਿੱਦਾਂ ਆਪਣੀ ਪੇਰੈਂਟਸ ਨੂੰ ਮਦਰ ਨੂੰ ਦੱਸਿਆ ਵੀ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਕੁੜੀਆਂ ਸਪੋਰਟ ਨਹੀਂ ਕਰਦੀਆਂ ਹੈ ਨਾ, ਅਤੇ ਬਹੁਤ ਜਿਹੜੀ ਕਹਾਣੀ ਆ ਸਭ ਨੂੰ ਪਤਾ ਹੈ ਕਿ ਫਾਦਰ ਸਾਹਿਬ ਡਰਿੰਕ ਕਰਦੇ ਸੀਗੇ ਹੈ ਨਾ, ਤੁਹਾਡੇ ਨਾਲ ਕੀਤਾ, ਫਿਰ ਕੋਈ ਆਵਾਜ਼ ਵੀ ਨਹੀਂ ਚੱਕਦਾ ਕਿਉਂਕਿ ਸਾਰੇ ਡਰਦੇ ਸੀਗੇ, ਅਤੇ ਮਦਰ ਨੂੰ ਦੱਸਣਾ, ਉਸ ਦਲਦਲ ਦੇ ਵਿੱਚੋਂ ਨਿਕਲਣਾ ਕਿਵੇਂ ਨਿਕਲੇ? ਦੇਖੋ, ਸਭ ਤੋਂ ਵੱਡੀ ਤਾਂ ਗੱਲ ਇਹ ਹੁੰਦੀ ਹੈ ਕਿ ਪਤਾ ਨਹੀਂ ਪਰਮਾਤਮਾ, ਕਹਿੰਦੇ ਨੇ ਕਿ ਜਦੋਂ ਤੁਹਾਡਾ ਕੋਈ ਸਾਥ ਨਹੀਂ ਨਾ ਦਿੰਦਾ ਤਾਂ ਉਹ ਪਰਮਾਤਮਾ ਹੁੰਦਾ ਤੁਹਾਡਾ ਸਾਥ ਦਿੰਦਾ ਹੈ ਨਾ। ਮੈਨੂੰ ਲੱਗਦਾ ਕਿ ਪਰਮਾਤਮਾ ਦਾ ਮੇਰੇ ਸਿਰ 'ਤੇ ਬਹੁਤ ਵੱਡਾ ਹੱਥ ਹੈ। ਪਰਮਾਤਮਾ ਨੇ ਮੇਰੇ ਅੰਦਰ ਉਹ ਹਿੰਮਤ ਭਰੀ ਹੈ ਨਾ, ਤਾਂ ਉਸ ਸਮੇਂ ਮੈਂ ਆਪਣੀ ਮਾਂ ਨੂੰ ਦੱਸਿਆ ਅਤੇ ਮੇਰੀ ਮਾਂ ਨੇ ਉਹ ਸਟੈਪ ਚੱਕਿਆ ਹੈ ਨਾ, ਅਤੇ ਆਪਣਾ ਸਾਰਾ ਘਰ-ਬਾਰ, ਜ਼ਮੀਨ ਜਾਇਦਾਦ ਸਭ ਕੁਝ ਛੱਡ ਕੇ ਹੈ ਨਾ ਆਪਣੇ ਪੇਕੇ ਆ ਗਏ। ਤਾਂ ਉਸ ਤੋਂ ਬਾਅਦ ਸਾਡਾ ਅਸਲ ਦੇ ਵਿੱਚ ਜਿਹੜਾ ਸਟਰਗਲ ਹੁੰਦਾ ਉਹ ਸਟਾਰਟ ਹੋਇਆ, ਕਿਉਂਕਿ ਜਿੱਥੇ ਤੁਹਾਡੇ ਕੋਲ ਸਭ ਕੁਝ ਹੋਵੇ ਅਤੇ ਫਿਰ ਤੁਸੀਂ ਉਸ ਤੋਂ ਬਾਅਦ ਨੀਚੇ ਆ ਕੇ ਜ਼ੀਰੋ ਤੋਂ ਸਟਾਰਟ ਕਰਨਾ ਹੁੰਦਾ ਹੈ ਨਾ। ਦੈਟ ਇਜ਼ ਵੈਰੀ ਡਿਫਿਕਲਟ ਟਾਈਮ, ਔਰ ਬਹੁਤ ਔਖਾ ਟਾਈਮ ਮੇਰੀ ਮਾਂ ਨੇ ਦੇਖਿਆ, ਅਸੀਂ ਦੇਖਿਆ। ਅਤੇ ਬਟ ਜੇ ਗੱਲ ਕਰੀਏ ਅੱਜ ਦੇ ਸਮੇਂ 'ਚ ਜਿਹੜੇ ਹੁਣ ਜਿਹੜਾ ਮੈਂ ਮਿਸ਼ਨ ਸਟਾਰਟ ਕੀਤਾ, ਕੈਂਪੇਨ ਸਟਾਰਟ ਕੀਤੀ 2016 ਦੇ ਵਿੱਚ, ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਨੂੰ ਸ਼ੋਸ਼ਣ ਤੋਂ ਬਚਾਓ। ਇਹ ਮੈਂ ਇਸੇ ਕਰਕੇ ਸਟਾਰਟ ਕੀਤੀ ਕਿਉਂਕਿ ਮੈਂ ਉਹ ਦਰਦ ਦੇ ਵਿੱਚੋਂ, ਉਹ ਦੁੱਖ ਦੇ ਵਿੱਚੋਂ ਲੰਘੀ ਹੋਈ ਹਾਂ, ਔਰ ਮੈਂ ਨਹੀਂ ਚਾਹੁੰਦੀ ਹੈਗੀ ਕਿਸੇ ਹੋਰ ਬੱਚੇ ਦੇ ਨਾਲ ਉਹ ਚੀਜ਼ ਹੋਵੇ। ਬੱਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ ਬਾਰੇ ਦੱਸਣਾ ਉਹਨਾਂ ਨੂੰ ਸਟਾਰਟ ਕੀਤਾ। ਜਿਵੇਂ ਤੁਸੀਂ ਕਿਹਾ ਕਿ ਕਈ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਉਹਨਾਂ ਨਾਲ ਕੀ ਹੋ ਰਿਹਾ। ਬਿਲਕੁਲ, ਫੋਰਨ ਦੇ ਵਿੱਚ 4 ਸਾਲ ਦੇ ਬੱਚਾ ਜਦੋਂ ਸਕੂਲ ਜਾਣਾ ਸਟਾਰਟ ਕਰਦਾ ਤਾਂ ਉੱਥੇ ਉਹਨੂੰ ਗੁੱਡ ਐਂਡ ਬੈਡ ਟੱਚ ਬਾਰੇ ਦੱਸਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੇ ਕੰਪਲਸਰੀ ਆ। ਲੇਕਿਨ ਸਾਡਾ ਇਹ ਹਜੇ ਲਾਜ਼ਮੀ ਵਿਸ਼ਾ ਨਹੀਂ ਹੈਗਾ, ਰਾਈਟ। ਪਰ ਮੈਂ ਚਾਹੁੰਦੀ ਹਾਂ ਜਿਸ ਤਰ੍ਹਾਂ ਅਸੀਂ ਹਿੰਦੀ ਨੂੰ, ਪੰਜਾਬੀ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਲਾਜ਼ਮੀ ਵਿਸ਼ਾ ਕੀਤਾ ਜਾਣਾ ਚਾਹੀਦਾ, ਹਰੇਕ ਬੱਚੇ ਨੂੰ ਇਹ ਕੰਪਲਸਰੀ ਆ। ਉਸੇ ਤਰੀਕੇ ਨਾਲ ਜਦੋਂ ਬੱਚਾ 3 ਸਾਲ ਦਾ, 2.5 ਸਾਲ ਦਾ, 4 ਸਾਲ ਦਾ ਜਦੋਂ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਤਾਂ ਉਸ ਸਮੇਂ ਉਸ ਬੱਚੇ ਨੂੰ ਗੁੱਡ ਐਂਡ ਬੈਡ ਟੱਚ ਬਾਰੇ ਅਵੇਅਰ ਕੀਤਾ ਜਾਵੇ, ਤਾਂ ਕਿ ਜਿਸ ਤਰ੍ਹਾਂ ਘਰਾਂ ਦੇ ਵਿੱਚ ਸਾਡੇ ਆਪਣਿਆਂ ਵੱਲੋਂ ਜਾਂ ਬੇਗਾਨਿਆਂ ਵੱਲੋਂ ਜਿਹੜੀਆਂ ਇਹ ਹਵਸ, ਜਿਹੜੀਆਂ ਇਹ ਚੀਜ਼ਾਂ ਦਾ ਸ਼ੋਸ਼ਣ ਹੁੰਦਾ ਬੱਚਿਆਂ ਦੇ ਨਾਲ, ਉਹ ਬੱਚਾ ਅਗਰ ਉਹਦੇ ਨਾਲ ਕੋਈ ਐਵੇਂ ਦੀ ਕੋਈ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਬੱਚੇ ਨੂੰ ਪਤਾ ਲੱਗ ਜੇ ਕਿ ਹਾਂ ਮੇਰੇ ਨਾਲ ਇਹ ਚੰਗਾ ਨਹੀਂ ਹੋ ਰਿਹਾ, ਮੇਰੇ ਨਾਲ ਇਹ ਮਾੜਾ ਹੋ ਰਿਹਾ, ਤਾਂ ਮੈਂ ਇੱਥੋਂ ਬਚਣਾ ਕਿਵੇਂ ਆ। ਉਹਨੂੰ ਇਹ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿ ਮੈਂ ਇੱਥੋਂ ਬਚਣਾ ਕਿਵੇਂ ਆ, ਰਾਈਟ। ਤਾਂ ਉਹ ਚੀਜ਼ਾਂ ਦੀ ਗਾਈਡੈਂਸ ਹੋਣੀ ਬਹੁਤ ਜ਼ਰੂਰੀ ਆ। ਮੈਂ ਤਾਂ ਇਹ ਕਹਿੰਦੇ ਨੇ ਕਿ ਮੁਹਿੰਮ ਸ਼ੁਰੂ ਕੀਤੀ ਹੈ, ਮੈਂ ਤਾਂ ਇਹ ਸਟੈਪ ਚੱਕਿਆ, ਰਾਈਟ। ਲੇਕਿਨ ਗੌਰਮੈਂਟ ਨੂੰ, ਸਰਕਾਰ ਨੂੰ ਵੀ ਇਸ ਚੀਜ਼ ਦੇ ਉੱਪਰ ਧਿਆਨ ਦੇਣਾ ਚਾਹੀਦਾ। ਜਿਵੇਂ ਕਿ ਕੁੜੀਆਂ ਦੇ ਨਾਲ ਹੈ ਨਾ ਗਲਤ ਹੁੰਦਾ, ਈਵਨ ਮੁੰਡੇ ਵੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੈ ਨਾ, ਜਿਵੇਂ ਕਿ ਤੁਹਾਡੇ ਨਾਲ ਹੋਇਆ। ਜਦੋਂ ਘਰ ਦੇ ਵਿੱਚੋਂ ਕੋਈ ਸ਼ਖਸ ਤੁਹਾਡੇ ਨਾਲ ਇੱਦਾਂ ਕਰਦਾ ਅਤੇ ਉਦੋਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ, ਕਿਉਂਕਿ ਤੁਹਾਨੂੰ ਹੁਣ ਫੇਸ ਵੀ ਕਰਨਾ, ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਣਾ, ਹੋ ਸਕਦਾ ਤੁਹਾਡਾ ਸਾਥ ਦਿੱਤਾ ਜਾਵੇ ਨਾ ਦਿੱਤਾ ਜਾਵੇ। ਤੁਸੀਂ ਵੀ ਉਸ ਚੀਜ਼ ਨੂੰ ਫੇਸ ਕੀਤਾ ਹੈ ਨਾ, ਕਿਵੇਂ ਉਸ ਤੋਂ ਬਾਹਰ ਨਿਕਲੇ ਹੋ ਅਤੇ ਕੀ ਇੰਸਪੀਰੇਸ਼ਨ ਦਿੰਦੇ ਹੋ ਕਿ ਇਹੋ ਜਿਹੀਆਂ ਕੁੜੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਹੀ ਪਰਿਵਾਰਕ ਮੈਂਬਰਾਂ ਵੱਲੋਂ ਹੀ ਐਵੇਂ ਕੀਤਾ ਜਾ ਰਿਹਾ? ਦੇਖੋ, ਸ਼ੋਸ਼ਣ ਦੀ ਗੱਲ ਕਰੀਏ ਤਾਂ ਕਈ ਵਾਰੀ ਸਾਡਾ ਸਰੀਰਕ ਸ਼ੋਸ਼ਣ ਨਹੀਂ ਹੁੰਦਾ, ਸਾਡਾ ਮਾਨਸਿਕ ਤੌਰ 'ਤੇ ਵੀ ਸ਼ੋਸ਼ਣ ਹੁੰਦਾ। ਜੇ ਗੱਲ ਕਰੀਏ ਮੁੰਡਿਆਂ ਦੀ ਹੈ ਨਾ, ਫਸਟ ਆਫ ਆਲ ਤਾਂ ਕੁੜੀਆਂ ਦੇ ਨਾਲ ਸ਼ੋਸ਼ਣ ਹੁੰਦਾ, ਲੇਕਿਨ ਮੁੰਡਿਆਂ ਦੇ ਨਾਲ ਵੀ ਸ਼ੋਸ਼ਣ ਹੁੰਦਾ, ਠੀਕ ਹੈ। ਮੈਂ ਇੱਕ ਜਗ੍ਹਾ 'ਤੇ ਗਈ ਸੀ ਤਾਂ ਉੱਥੇ ਪਤਾ ਲੱਗਿਆ ਕਿ ਉਹਨਾਂ ਕੋਲ ਇੱਕ ਬੱਚਾ ਆਇਆ, ਔਰ ਉਸ ਬੱਚੇ ਦਾ ਜਿੱਥੇ ਉਹ ਕੰਮ ਕਰਦਾ ਸੀ ਢਾਬੇ 'ਤੇ, ਤਾਂ ਢਾਬੇ ਵਾਲੇ ਉਹਦਾ ਰੇਪ ਕਰਦੇ ਸੀ। ਤਕਰੀਬਨ 15 ਸਾਲ ਦਾ ਮੁੰਡਾ ਸੀ, 10-15 ਸਾਲ ਦਾ ਮੁੰਡਾ ਸੀ, ਉਹਦਾ ਢਾਬੇ ਵਾਲੇ ਰੇਪ ਕਰਦੇ ਸੀ ਹੈ ਨਾ। ਤਾਂ ਉਸ ਟਾਈਮ ਉਹਨੂੰ ਉੱਥੋਂ ਛੁਡਾ ਕੇ ਲੈ ਕੇ ਆਂਦਾ ਹੈ ਨਾ। ਤਾਂ ਬੜਾ ਇਸ ਚੀਜ਼ ਨੂੰ ਹੁੰਦਾ ਹੈ ਕਿ ਉਹ ਬੱਚਾ ਅੱਜ ਦੇ ਸਮੇਂ 'ਚ ਮਾਨਸਿਕ ਤੌਰ 'ਤੇ ਠੀਕ ਨਹੀਂ ਹੈਗਾ ਹੈ ਨਾ। ਉਹ ਮਾਨਸਿਕ ਤੌਰ 'ਤੇ ਉਸ ਚੀਜ਼ ਵੱਲ ਉੱਥੇ ਕਿਉਂ ਗਿਆ? ਕਿਉਂਕਿ ਉਹਨੂੰ ਉਹ ਪ੍ਰੋਬਲਮਸ ਆਈਆਂ ਹੈ ਨਾ, ਉਹਦਾ ਸ਼ੋਸ਼ਣ ਹੋਇਆ। ਲੇਕਿਨ ਕਈ ਵਾਰੀ ਘਰਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੇ ਨਾਲ ਸਰੀਰਕ ਨਹੀਂ ਪਰ ਮਾਨਸਿਕ ਤੌਰ 'ਤੇ ਸ਼ੋਸ਼ਣ ਹੁੰਦਾ ਹੈ ਨਾ। ਗੱਲ ਇਹ ਹੈ ਕਿ ਆਵਾਜ਼ ਚੱਕੋ। ਸਾਡੇ ਗੁਰੂ ਮਹਾਰਾਜ, ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਕਿ ਜੇ ਜ਼ੁਲਮ ਕਰਨ ਵਾਲਾ ਜਿੰਨਾ ਪਾਪ ਦਾ ਹੱਕਦਾਰ ਹੈ, ਜ਼ੁਲਮ ਸਹਿਣ ਵਾਲਾ ਵੀ ਓਨਾ ਹੀ ਹੱਕਦਾਰ ਹੈ ਨਾ। ਤਾਂ ਅਸੀਂ ਤਾਂ ਕਹਿੰਦੇ ਨੇ ਕਿ ਸਿੱਖ ਕੌਮ
ਅਸੀਂ ਤਾਂ ਸ਼ੇਰਾਂ ਦੀ ਕੌਮ ਆ ਹੈ ਨਾ, ਅਸੀਂ ਤਾਂ ਬਹਾਦਰਾਂ ਦੀ ਕੌਮ ਆ ਹੈ ਨਾ, ਅਸੀਂ ਕਿਵੇਂ ਪਿੱਛੇ ਹਟ ਜਾਾਂਗੇ। ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਹੈ, ਠੀਕ ਹੈ, ਤਾਂ ਉੱਥੇ ਦਬੋ ਨਾ, ਉੱਥੇ ਦੱਬ ਕੇ ਨਾ ਰਹੋ, ਕਿਉਂਕਿ ਉਹ ਬੰਦਾ ਅੱਜ ਤੁਹਾਡੇ ਨਾਲ ਮਾੜਾ ਕਰ ਰਿਹਾ ਹੈ, ਲੇਕਿਨ ਕੱਲ ਨੂੰ ਪਤਾ ਨਹੀਂ ਕਿੰਨੇ ਜਾਣਿਆਂ ਨਾਲ ਮਾੜਾ ਕਰੂਗਾ। ਸਮਝ ਗਏ ਨਾ, ਅੱਜ ਤੁਹਾਡੇ ਨਾਲ ਮਾੜਾ ਕੀਤਾ, ਕੱਲ ਕਿੰਨੇ ਜਾਣੇ ਨਾਲ ਮਾੜਾ ਕਰੂਗਾ। ਜੇ ਤੁਸੀਂ ਵੀ ਆਵਾਜ਼ ਦਬਾ ਲਈ ਤਾਂ ਉਹ ਬੰਦੇ ਦਾ ਹੌਸਲਾ ਹੋਰ ਵੱਧ ਜਾਣਾ, ਹੋਰ ਵੱਧ ਜਾਣਾ। ਇਸੇ ਕਰਕੇ ਉਹ ਤੁਹਾਡੀ ਜ਼ਿੰਦਗੀ ਜੇ ਉਹਨੇ ਬਰਬਾਦ ਕਰਤੀ, ਕਿਸੇ ਹੋਰ ਦੀ ਜ਼ਿੰਦਗੀ ਨਾ ਬਰਬਾਦ ਕਰੇ, ਤਾਂ ਤੁਹਾਨੂੰ ਉੱਥੇ ਹੀ ਆਵਾਜ਼ ਚੱਕਣ ਦੀ ਜ਼ਰੂਰਤ ਹੈ। ਤੁਹਾਨੂੰ ਉੱਥੇ ਹੀ ਆਵਾਜ਼ ਚੱਕਣੀ ਚਾਹੀਦੀ ਹੈ ਉਸ ਬੰਦੇ ਦੇ ਖਿਲਾਫ ਕਿ ਨਹੀਂ, ਤੂੰ ਇਹ ਚੀਜ਼ ਜੋ ਕਰ ਰਿਹਾ ਇਹ ਗਲਤ ਹੈ। ਇਹ ਬਹੁਤ ਜ਼ਰੂਰੀ ਹੈ। ਤਾਂ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਨਾਲ ਕੋਈ ਮਾਨਸਿਕ ਜਾਂ ਸਰੀਰਕ ਤੌਰ 'ਤੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ, ਠੀਕ ਹੈ, ਤੁਹਾਡੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਉੱਥੇ ਤੁਸੀਂ ਆਵਾਜ਼ ਚੁੱਕੋ, ਆਪਣੀ ਆਵਾਜ਼ ਨੂੰ ਦਬਾਓ ਨਾ। ਬਹੁਤ ਸਾਰੇ ਕੇਸਿਸ ਤੁਹਾਡੇ ਕੋਲ ਵੀ ਆਉਂਦੇ ਹੋਣਗੇ ਹੈ ਨਾ, ਅਸੀਂ ਕਹਿ ਦਿੰਦੇ ਹਾਂ ਕਿ ਸਮਾਜ ਬਦਲ ਗਿਆ ਹੈ, ਲੋਕਾਂ ਦੀ ਸੋਚ ਬਦਲ ਗਈ ਆ, ਪਰ ਬੜੀਆਂ ਘਿਨਾਉਣੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ। ਹੁਣ ਤਾਂ ਸੋਸ਼ਲ ਮੀਡੀਆ ਬਹੁਤ ਵਾਈਡ ਹੋ ਗਿਆ ਹੈ ਨਾ, ਪਹਿਲਾਂ ਤਾਂ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਸੀ, ਹੁਣ ਤਾਂ ਵੀਡੀਓਜ਼ ਵੀ ਕਈ ਵਾਇਰਲ ਹੁੰਦੀਆਂ। ਕਿੱਥੇ ਦੇਖਦੇ ਹੋ ਕਿ ਸਮਾਜ ਦੇ ਵਿੱਚ ਕੋਈ ਚੇਂਜ ਆਇਆ? ਭਾਵੇਂ ਕਾਨੂੰਨ ਬਹੁਤ ਵੱਡੇ ਵੱਡੇ ਵੀ ਬਣ ਗਏ ਹੋਣ, ਪਰ ਫਿਰ ਵੀ ਇਹਨਾਂ ਜਿਹੜੀਆਂ ਘਟਨਾਵਾਂ ਉਹਨਾਂ 'ਤੇ ਠੱਲ ਨਹੀਂ ਪਾਈ ਜਾ ਸਕੀ। ਕਿੱਥੇ ਦੇਖਦੇ ਹੋ ਅੱਜ? ਦੇਖੋ, ਜੇ ਮੈਂ ਘਟਨਾਵਾਂ ਦੀ ਗੱਲ ਕਰਾਂ ਤਾਂ ਅੱਜ ਦੇ ਸਮੇਂ ਦੇ ਵਿੱਚ ਟੈਕਨੋਲੋਜੀ ਬਹੁਤ ਇੱਕ ਵੱਡਾ ਹਿੱਸਾ ਹੈ ਨਾ। ਟੈਕਨੋਲੋਜੀ ਨੇ, ਜਿਸ ਤਰ੍ਹਾਂ ਮੈਂ ਜੋਸ਼ ਟਾਕ ਦੇ ਵਿੱਚ ਜਦੋਂ 2019 ਦੇ ਵਿੱਚ ਗਈ ਸੀ, ਜਿਸ ਟਾਈਮ ਮੇਰੀ ਵੀਡੀਓ ਆਈ, ਉਸ ਵੀਡੀਓ ਤੋਂ ਬਾਅਦ ਬੜੀਆਂ ਸਾਰੀਆਂ ਕੁੜੀਆਂ ਨੇ ਹਿੰਮਤ ਵਧਾਈ ਔਰ ਆਪਣੇ ਅੰਦਰ ਜਿਹੜਾ ਦਰਦ ਛੁਪਿਆ ਹੋਇਆ ਸੀ ਉਹਨੂੰ ਬਾਹਰ ਕੱਢਿਆ। ਠੀਕ ਹੈ, ਵੱਖ-ਵੱਖ ਚੈਨਲ 'ਤੇ ਵੱਖ-ਵੱਖ ਕੁੜੀਆਂ ਦੀਆਂ ਇੰਟਰਵਿਊਜ਼ ਆਈਆਂ ਹੈ ਨਾ। ਕੋਈ ਦਾਜ ਨੂੰ ਲੈ ਕੇ ਵਿਚਾਰੀ ਤੰਗ ਪਰੇਸ਼ਾਨ ਆ, ਉਹ ਘਰੇ ਬੈਠੀ ਕਿੰਨੇ ਸਾਲਾਂ ਤੋਂ ਕਿਸੇ NRI ਤੋਂ ਪੀੜਤ ਹੈ, ਰਾਈਟ। ਕੋਈ ਮਾਰਕੁੱਟ ਦੀ, ਡੋਮੈਸਟਿਕ ਵਾਇਲੈਂਸ ਦੀ ਕੋਈ ਸ਼ਿਕਾਰ, ਉਹ ਘਰੇ ਬੈਠੀ ਹੈ, ਲੇਕਿਨ ਉਹਨੇ ਆਵਾਜ਼ ਚੱਕੀ, ਰਾਈਟ। ਅਤੇ ਜੇ ਹੁਣ ਆਪਾਂ ਗੱਲ ਕਰੀਏ, ਆ ਜਿਹੜੀਆਂ ਸਟੋਰੀਜ਼ ਅੱਜ ਕੱਲ੍ਹ ਸਾਹਮਣੇ ਆ ਰਹੀਆਂ ਨੇ, ਕਿਤੇ ਨਾ ਕਿਤੇ ਸਾਡਾ ਸਿਸਟਮ ਇੱਦਾਂ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜੇ ਕੋਰਟ ਕਚਹਿਰੀਆਂ ਜਾਓਗੇ ਤਾਂ ਉੱਥੇ ਤਰੀਕਾਂ ਮਿਲਣਗੀਆਂ, ਜੇ ਪੁਲਿਸ ਥਾਣਿਆਂ 'ਚ ਜਾਓਗੇ ਅਤੇ ਜੇ ਇਕੱਲੀ ਕੁੜੀ ਉੱਥੇ ਖੜੀ ਹੈ, ਪਿੱਛੇ 4 ਬੰਦੇ ਉਹਦੀ ਸਪੋਰਟ 'ਚ ਨਹੀਂ ਖੜੇ, ਤਾਂ ਤੁਹਾਡੀ ਸੁਣਵਾਈ ਨਹੀਂ ਹੁੰਦੀ ਹੈਗੀ, ਰਾਈਟ। ਤੁਹਾਨੂੰ ਪਿੱਛੋਂ ਬੈਕ ਸਪੋਰਟ ਹੋਣੀ ਤੁਹਾਡੇ ਪੇਰੈਂਟਸ ਵੱਲੋਂ ਬੜੀ ਜ਼ਰੂਰੀ ਹੈ, ਰਾਈਟ। ਤੁਹਾਨੂੰ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਇਹ ਮੈਂ ਖਾਸ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ, ਫਾਈਨੈਂਸ਼ੀਅਲੀ ਜੇ ਤੁਹਾਡੇ ਕੋਲ ਪੈਸਾ ਹੈਗਾ ਤਾਂ ਤੁਹਾਡੀ ਸੁਣਵਾਈ ਹੋਏਗੀ, ਅਦਰਵਾਈਜ਼ ਨਹੀਂ ਹੋਏਗੀ। ਕਿਉਂਕਿ ਕੋਰਟ ਕਚਹਿਰੀਆਂ ਵਿੱਚ ਜਾ ਕੇ ਉੱਥੇ ਤਰੀਕਾ ਭੁਗਤਣੀ ਆ, ਪੁਲਿਸ ਥਾਣਿਆਂ ਦੇ ਵਿੱਚ ਜਾ ਕੇ ਉੱਥੇ ਤੁਸੀਂ ਆਪਣਾ ਹੱਲ ਮਸਲਾ ਕਰਵਾਉਣਾ। ਜੇ ਤਾਂ ਤੁਹਾਡੀ ਕੋਈ ਪਹੁੰਚ ਹੈਗੀ ਆ ਵੱਡੀ, ਜੇ ਤੁਹਾਡੇ ਕੋਲ ਪੈਸਾ ਹੈਗਾ ਤਾਂ ਬੜੀ ਛੇਤੀ ਮਸਲਾ ਹੋ ਜਾਏਗਾ, ਨਹੀਂ ਤਾਂ ਧੱਕੇ ਨੇ। ਜਿਵੇਂ ਕਿ ਤੁਸੀਂ ਵੀ ਕਿਹਾ ਕਿ ਹੈ ਨਾ, ਪੇਰੈਂਟਸ ਦੀ ਸਪੋਰਟ ਹੋਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਅਤੇ ਤੁਹਾਡੀ ਆਪ ਦੀ ਲਾਈਫ ਦੇ ਵਿੱਚ ਵੀ ਐਡਾ ਵੱਡਾ ਇੰਸੀਡੈਂਟ ਹੋਇਆ, ਤੁਹਾਡੇ ਪਿਤਾ ਵੱਲੋਂ ਜਿਹੜਾ ਹੈ ਤੁਹਾਡੇ ਨਾਲ ਸ਼ੋਸ਼ਣ ਕੀਤਾ ਗਿਆ। ਅਤੇ ਇੱਕ ਪਿਤਾ ਹੀ ਹੁੰਦਾ ਜਿਹਦਾ ਸਾਨੂੰ ਹੁੰਦਾ ਵੀ ਇਹ ਉਹ ਇਨਸਾਨ ਹੈ ਜਿਸ ਨੇ ਸਾਨੂੰ ਹਰੇਕ ਮੁਸੀਬਤ ਤੋਂ ਬਚਾ ਲੈਣਾ। ਸਾਡੇ ਨਾਲ ਕੁਝ ਵੀ ਹੁੰਦਾ ਅਤੇ ਅਸੀਂ ਆਪਣੇ ਪਿਤਾ ਨੂੰ ਦੱਸਾਂਗੇ ਜਾਂ ਆਪਣੇ ਭਰਾ ਨੂੰ ਦੱਸਾਂਗੇ, ਤਾਂ ਅਸੀਂ ਸ਼ਾਇਦ ਹੈ ਨਾ ਸਾਨੂੰ ਇਨਸਾਫ ਮਿਲੇਗਾ ਜਾਂ ਸਾਡੀ ਸਪੋਰਟ ਹੋਊਗੀ, ਹੈ ਨਾ। ਬ੍ਰਦਰ ਤੁਹਾਡਾ ਨਹੀਂ, 2 ਭੈਣਾਂ ਨੇ, ਅਤੇ ਕਿੰਨਾ ਕੁ ਔਖਾ ਹੋਇਆ ਸੀਗਾ ਉਸ ਵਕਤ ਦੇ ਵਿੱਚੋਂ ਲੰਘਣਾ? ਮੈਨੂੰ ਲੱਗਦਾ ਕਿ ਪਰਮਾਤਮਾ ਨੇ ਮੈਨੂੰ ਬਣਾਇਆ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਸਤੇ ਆ, ਹੈ ਨਾ। ਜਿਸ ਤਰ੍ਹਾਂ ਪਿਓ ਨੇ ਸਾਥ ਨਹੀਂ ਦਿੱਤਾ, ਸਿਰ 'ਤੇ ਭਰਾ ਹੈ ਨਹੀਂ ਸੀ ਕੋਈ, ਤਾਂ ਮੈਨੂੰ ਲੱਗਦਾ ਪਰਮਾਤਮਾ ਨੇ ਮੇਰੇ ਅੰਦਰ ਇੰਨੀ ਕੁ ਤਾਕਤ ਭਰੀ ਹੋਈ ਆ, ਇੰਨੀ ਕੁ ਤਾਕਤ ਭਰੀ ਹੋਈ ਹੈ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਆਹ ਮੁਸ਼ਕਿਲ ਆ ਗਈ, ਹੁਣ ਇਹਦੇ 'ਚੋਂ ਬਿਖਰ ਤਾਂ ਗਏ, ਹੁਣ ਇਹ ਤੋਂ ਨਿਖਰਨਾ ਕਿਵੇਂ ਆ, ਹੈ ਨਾ। ਕਹਿੰਦੇ ਨੇ ਨਾ ਕਿ ਜਿਹਦਾ ਕੋਈ ਨਹੀਂ ਹੁੰਦਾ ਅਤੇ ਉਹਦਾ ਉਹ ਪਰਮਾਤਮਾ ਹੁੰਦਾ, ਅਤੇ ਮੈਨੂੰ ਲੱਗਦਾ ਉਹ ਪਰਮਾਤਮਾ ਹੀ ਮੇਰਾ ਪਿਓ ਆ, ਹੈ ਨਾ। ਉਹ ਪਰਮਾਤਮਾ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਔਰ ਜਦੋਂ ਵੀ ਮੈਨੂੰ ਜ਼ਰੂਰਤ ਪਈ ਉਹ ਪਰਮਾਤਮਾ ਆਪ ਮੇਰੇ ਸਾਹਮਣੇ ਆ ਕੇ ਖੜ੍ਹਾ ਹੋਇਆ। ਮੁਸ਼ਕਿਲਾਂ ਬਹੁਤ ਆਉਂਦੀਆਂ ਨੇ ਪੇਰੈਂਟਸ ਦਾ, ਮੈਂ ਕਹਿੰਦੀ ਹਾਂ ਜੇ ਮੇਰੀ ਮਾਂ ਵੀ ਹਿੰਮਤ ਹਾਰ ਜਾਂਦੀ ਨਾ, ਜੇ ਮੇਰੀ ਮਾਂ ਵੀ ਮੇਰਾ ਸਾਥ ਨਾ ਦਿੰਦੀ ਤਾਂ ਸ਼ਾਇਦ ਅੱਜ ਮੈਂ ਜਿਉਂਦੀ ਨਾ ਹੁੰਦੀ। ਕਿਉਂਕਿ ਜੇ ਤੁਹਾਡੇ ਮਾਪੇ, ਬਹੁਤ ਸਾਰੇ ਕੇਸ ਆਉਂਦੇ ਨੇ ਜਸਪ੍ਰੀਤ, ਕੁੜੀਆਂ ਰੋਂਦੀਆਂ ਨੇ ਜਦੋਂ ਕਹਿੰਦੀਆਂ ਨੇ ਕਿ ਤੁਹਾਡੀ ਮਾਂ ਨੇ ਤਾਂ ਚਲੋ ਤੁਹਾਡਾ ਸਾਥ ਦਿੱਤਾ, ਸਾਡੀ ਮਾਂ ਵੀ ਸਾਡੇ ਨਾਲ ਨਹੀਂ ਹੈਗੀ। ਬੜੀਆਂ ਸਾਰੀਆਂ ਕੁੜੀਆਂ ਰੋਂਦੀਆਂ ਨੇ। ਉਸ ਮੈਂ ਤੁਹਾਨੂੰ ਇੱਕ ਦੱਸਦੀ ਹਾਂ, 2020 ਦੇ ਵਿੱਚ ਮੇਰੇ ਕੋਲ ਇੱਕ ਕੇਸ ਆਇਆ। ਉਹ ਕੇਸ ਜਲੰਧਰ ਦਾ ਸੀ,
ਰਾਈਟ। ਕੁੜੀ ਵਧੀਆ ਪੜ੍ਹੀ ਲਿਖੀ ਆਰਕੀਟੈਕਟ ਕੁੜੀ, ਮਤਲਬ ਉਹਦੇ ਕੋਲ ਡਿਗਰੀਆਂ ਵੱਡੀਆਂ ਵੱਡੀਆਂ ਹੈ ਨਾ। ਮੇਰੀ ਤਾਂ ਚਲੋ ਇੰਨੀ ਪੜ੍ਹਾਈ ਵੀ ਨਹੀਂ ਹੈਗੀ। ਸੋ ਕੁੜੀ ਨੇ ਲਵ ਮੈਰਿਜ ਕਰਾ ਲਈ, ਵਿਆਹ ਹੋਇਆ ਇੰਟਰਕਾਸਟ, ਮਤਲਬ ਕੁੜੀ ਵਧੀਆ ਪਰਿਵਾਰ ਤੋਂ ਸੀ। ਚਲੋ ਮੁੰਡਾ ਇਹਨਾਂ, ਔਰ ਮੁੰਡੇ ਦੀ ਪੜ੍ਹਾਈ ਵੀ ਘੱਟ ਸੀ, ਚਲੋ ਉਹ ਵੀ ਆਪਾਂ ਮੰਨ ਲੈਂਦੇ, ਕਹਿੰਦੇ ਆ ਕਿ ਜਦੋਂ ਅੰਡਰਸਟੈਂਡਿੰਗ ਹੁੰਦੀ ਆ ਤਦੋਂ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਹੈਗੀਆਂ ਹੈ ਨਾ। ਤਾਂ ਵਿਆਹ ਤੋਂ 1-1.5 ਸਾਲ ਬਾਅਦ ਉਹ ਆਪਸ 'ਚ ਉਹਨਾਂ ਦਾ ਕੁਛ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ। ਉਹ ਕੁੜੀ ਨੇ ਇੱਕ ਦਿਨ ਮੈਨੂੰ ਫੇਸਬੁੱਕ 'ਤੇ ਮਿਲੀ, ਔਰ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਨੰਬਰ ਸ਼ੇਅਰ ਕੀਤਾ। ਉਹ ਕਹਿੰਦੀ ਕਿ ਮੈਂ ਆਪਣੀ ਸਟੋਰੀ ਸ਼ੇਅਰ ਕਰਨੀ ਹੈ ਨਾ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਦੱਸੋ ਕੀ? ਕਹਿੰਦੇ ਮੇਰਾ ਘਰ ਵਾਲਾ ਮੇਰੇ 'ਤੇ ਹੱਥ ਚੱਕਦਾ ਹੈ ਨਾ। ਤਾਂ ਮੈਂ ਉਹਨੂੰ ਕਿਹਾ, ਮੈਂ ਕੋਈ ਗੱਲ ਨਹੀਂ, ਤੁਸੀਂ ਬੈਠੋ, ਗੱਲਬਾਤ ਕਰੋ, ਪੁੱਛੋ ਉਹਨੂੰ ਪਰੇਸ਼ਾਨੀ ਕੀ ਆ ਹੈ ਨਾ। ਉਹ ਕਈ ਵਾਰੀ ਕੁਝ ਚੀਜ਼ਾਂ ਹੁੰਦੀਆਂ, ਜਿਵੇਂ ਘਰ ਵਾਲੀ ਨੇ ਉੱਚਾ ਬੋਲਤਾ ਜਾਂ ਉਹ ਬਹਿਸ 'ਚ ਪੈ ਗਏ ਇੱਕ ਦੂਜੇ ਨਾਲ ਹੈ ਨਾ। ਜੋ ਇੱਕ ਬੰਦੇ ਨੂੰ ਗੁੱਸਾ ਆਇਆ ਤਾਂ ਦੂਜਾ ਸ਼ਾਂਤ ਹੋ ਜਾਣਾ ਚਾਹੀਦਾ, ਆਪਾਂ ਕਹਿੰਦੇ ਹਾਂ। ਪਰ ਉਹ ਜਦੋਂ ਬਹਿਸ 'ਚ ਪੈ ਗਏ, ਮਰਦ ਨੇ ਹੱਥ ਚੱਕਤਾ ਔਰਤ 'ਤੇ, ਠੀਕ ਹੈ, ਉਹ ਗੱਲ ਹੋਰ ਵੱਧ ਗਈ। ਤਾਂ ਮੈਨੂੰ ਨਹੀਂ ਸੀ ਪਤਾ, ਉਸ ਨੇ ਇੰਨੀ ਕੁ ਸਟੋਰੀ ਸ਼ੇਅਰ ਕਰਨ ਤੋਂ ਬਾਅਦ ਉਹਨੇ ਇੱਕ ਦਿਨ ਸਵੇਰੇ 7 ਵਜੇ ਮੈਨੂੰ ਫੋਟੋ ਭੇਜੀ, ਔਰ ਉਹ ਫੋਟੋ ਦੇਖ ਕੇ ਜਸਪ੍ਰੀਤ ਮੇਰਾ ਮਤਲਬ ਖੂਨ ਖੋਲ ਗਿਆ। ਉਹ ਕੁੜੀ ਦੇ ਮੂੰਹ 'ਤੇ ਪ੍ਰੈਸ ਲਗਾਈ ਹੋਈ ਸੀ, ਰਾਈਟ। ਮਤਲਬ ਉਸ ਟਾਈਮ ਉਹ ਰੋ ਰਹੀ ਸੀ, ਮੈਨੂੰ ਵੌਇਸ ਨੋਟ ਭੇਜੇ। ਉਹ ਕਹਿੰਦੀ ਕਿ ਮਤਲਬ ਇੰਨਾ ਰਾਤ ਮੈਨੂੰ ਗਲਾ ਘੋਟ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਔਰ ਮੇਰੇ ਮੂੰਹ 'ਤੇ ਆ ਦੀਦੀ ਉਹਨੇ ਪ੍ਰੈਸ ਲਗਾਈ ਆ, ਉਹਨੇ ਆਪਣੇ ਫੇਸ ਦੀ ਫੋਟੋ ਖਿੱਚ ਕੇ ਭੇਜੀ ਹੈ ਨਾ। ਉਸ ਟਾਈਮ ਮੈਨੂੰ ਲੱਗਿਆ ਕਿ ਕੁੜੀ ਨੂੰ ਖਤਰਾ, ਕੁੜੀ ਦੀ ਜਾਨ ਜਾ ਸਕਦੀ ਆ। ਮੈਨੂੰ ਕਿਹਾ ਕਿ ਇੱਥੋਂ ਪਹਿਲਾਂ ਤਾਂ ਮੈਨੂੰ ਆਪਣੇ ਪੇਰੈਂਟਸ ਦਾ ਨੰਬਰ ਦੇ। ਪੇਰੈਂਟਸ ਨੇੜੇ ਹੀ ਰਹਿੰਦੇ ਸੀ, ਕੋਈ ਜ਼ਿਆਦਾ ਦੂਰ ਨਹੀਂ ਸੀ, ਮਤਲਬ ਤੁਸੀਂ ਕਹਿ ਸਕਦੇ ਹੋ ਕਿ 70-80 ਕਿਲੋਮੀਟਰ ਦੀ ਦੂਰੀ 'ਤੇ ਸੀ। ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਪੇਰੈਂਟਸ ਦਾ ਨੰਬਰ। ਉਹ ਕਹਿੰਦੇ ਉਹ ਮੇਰੀ ਨਹੀਂ ਸੁਣਦੇ, ਪੇਰੈਂਟਸ ਨਹੀਂ ਸੁਣਦੇ ਕਿਉਂਕਿ ਮੈਂ ਇੰਟਰਕਾਸਟ ਮੈਰਿਜ ਕਰਾਈ ਸੀ, ਲਵ ਮੈਰਿਜ ਸੀ ਮੇਰੀ। ਔਰ ਉਹ ਕਹਿੰਦੇ ਕਿ ਤੂੰ ਬਸ ਅੱਜ ਤੋਂ ਬਾਅਦ ਸਾਡੀ ਨਹੀਂ ਹੈਗੀ, ਧੀ ਨਹੀਂ ਹੈਗੀ ਹੈ ਨਾ। ਤਾਂ ਨਾ ਮੇਰੇ ਪੇਰੈਂਟਸ ਨਾ ਮੇਰੀ ਮਾਂ ਮੇਰੀ ਗੱਲ ਸੁਣਦੀ ਆ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਪਹਿਲਾਂ ਇੱਥੋਂ ਆਪਣਾ ਸੇਫਲੀ ਨਿਕਲ। ਉਹਦੀ ਕਿਸੇ ਫਰੈਂਡ ਦਾ ਘਰ ਸੀ ਥੋੜ੍ਹੀ ਦੂਰ, ਉੱਥੇ ਆਪਣੇ ਬੱਚੇ ਨੂੰ ਲੈ ਕੇ ਪਹੁੰਚੀ। ਉਸ ਤੋਂ ਬਾਅਦ ਉੱਥੇ ਗਈ, ਉਹਦੀ ਫਰੈਂਡ ਨਾਲ ਗੱਲਬਾਤ ਕੀਤੀ, ਖਾਣਾ ਵਗੈਰਾ ਉਹਨੇ ਖਾਧਾ। ਉਹਨੇ ਟਾਈਮ 'ਚ ਮੈਂ ਉਹਦੀ ਮਦਰ ਨੂੰ ਕਾਲ ਲਗਾਇਆ। ਉਹਦੀ ਮਦਰ ਨੇ ਜਦੋਂ ਕਾਲ ਚੁੱਕਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੀ ਬੇਟੀ ਦਾ ਨਾਮ ਇਹ ਆ, ਤੁਹਾਨੂੰ ਪਤਾ ਤੁਹਾਡੀ ਬੇਟੀ ਨਾਲ ਕੀ ਹੋ ਰਿਹਾ? ਤਾਂ ਉਸ ਤੋਂ ਬਾਅਦ ਉਹਨਾਂ ਦੀ ਮਾਂ ਦਾ ਇਹ ਜਵਾਬ ਸੀ, ਕਹਿੰਦੇ ਹਾਂਜੀ ਸਾਨੂੰ ਪਤਾ। ਮੈਂ ਕਿਹਾ ਤੁਹਾਨੂੰ ਪਤਾ ਕਿ ਤੁਹਾਡੀ ਬੇਟੀ ਨਾਲ ਕੀ ਹੋਇਆ? ਕਹਿੰਦੇ ਹਾਂਜੀ ਪਤਾ। ਮੈਂ ਕਿਹਾ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਕੋਈ ਸਟੈਪ ਲੈਣਾ ਚਾਹੀਦਾ? ਨਹੀਂ, ਉਹਨਾਂ ਦਾ ਗੱਲ ਕੀ ਸੀ, ਅਸੀਂ ਆਪਣੀ ਧੀ ਨੂੰ ਇੰਨਾ ਪੜ੍ਹਾਇਆ ਲਿਖਾਇਆ, ਪਰ ਸਾਡੀ ਧੀ ਨੇ ਉੱਥੇ ਵਿਆਹ ਨਹੀਂ ਕੀਤਾ ਜਿੱਥੇ ਅਸੀਂ ਚਾਹੁੰਦੇ ਸੀ। ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਕਹਿੰਦੇ ਨੇ ਕਿ ਮਰੀ ਧੀ ਨਾਲੋਂ ਨਾ ਘਰੇ ਬਿਠਾਈ ਧੀ ਚੰਗੀ ਹੈ ਨਾ। ਇਹੀ ਮਾਪੇ ਨੇ ਜਿਹੜੇ ਬਾਅਦ ਵਿੱਚ ਕੈਂਡਲ ਮਾਰਚ ਕੱਢਦੇ ਨੇ ਕਿ ਸਾਡੀ ਧੀ ਨੂੰ ਇਨਸਾਫ ਦਿਓ। ਇਹ ਗੱਲ ਕੌੜੀ ਆ, ਪਰ ਮੈਂ ਅੱਜ ਕਹਿਣਾ ਚਾਹੁੰਦੀ ਹਾਂ, ਸੱਚੀ ਆ। ਜਦੋਂ ਤੁਹਾਡੀ ਧੀ ਨੂੰ ਤੁਹਾਡੀ ਲੋੜ ਹੈ, ਤੁਸੀਂ ਉਦੋਂ ਉਹਦਾ ਸਾਥ ਨਹੀਂ ਦੇ ਰਹੇ। ਬੱਚੇ ਨੇ, ਤੁਸੀਂ ਮਾਪੇ ਹੋ, ਤੁਹਾਡੇ ਬੱਚੇ ਤੋਂ ਗਲਤੀ ਹੋ ਗਈ, ਠੀਕ ਹੈ, ਪਰ ਕੀ ਤੁਹਾਡਾ ਇੰਨਾ ਜਿਗਰਾ ਨਹੀਂ ਕਿ ਤੁਸੀਂ ਆਪਣੇ ਬੱਚੇ ਦੀ ਗਲਤੀ ਮਾਫ ਕਰ ਦਿਓ, ਰਾਈਟ। ਜੇ ਤੁਹਾਡੀ ਧੀ ਤੋਂ ਗਲਤੀ ਹੋ ਗਈ ਤਾਂ ਉਹਨੂੰ ਸਿਰਫ ਇੰਨਾ ਕਰ ਦਿਓ ਕਿ ਅਸੀਂ ਤੇਰੇ ਨਾਲ ਆ। ਜੇ ਕੋਈ ਸਾਨੂੰ ਔਖੇ ਟਾਈਮ 'ਚ ਇੰਨਾ ਕਹਿ ਦਿੰਦਾ ਕਿ ਕੋਈ ਨਾ ਮੈਂ ਤੇਰੇ ਨਾਲ ਆ, ਤਾਂ ਸਾਡੇ ਅੰਦਰ ਹੌਸਲਾ ਵੱਧ ਜਾਂਦਾ। ਉਸ ਧੀ ਨੇ ਮੈਨੂੰ ਰੋਂਦੇ ਹੋਏ ਇੱਕੋ ਗੱਲ ਪੁੱਛੀ ਸੀ, ਕਹਿੰਦੀ ਕਿ ਮੇਰੀ ਤਾਂ ਮਾਂ ਵੀ ਮੇਰਾ ਸਾਥ ਨਹੀਂ ਦੇ ਰਹੀ, ਮੈਂ ਕਿਹਨੂੰ ਆਖਾਂ, ਮੈਂ ਕਿਹਦੇ ਕੋਲੇ ਜਾਵਾਂ, ਮੇਰੀ ਜਾਨ ਨੂੰ ਖਤਰਾ, ਮੈਂ ਕੀ ਕਰਾਂ। ਜਦੋਂ ਮੈਂ ਉਹਦੀ ਮਾਂ ਨੂੰ ਇਹ ਗੱਲ ਸਮਝਾਈ ਕਿ ਉਹ ਤੁਹਾਡੀ ਧੀ ਆ, 9 ਮਹੀਨੇ ਕੁੱਖ ਵਿੱਚ ਰੱਖਿਆ, ਕਿੰਨੇ ਸਾਲ ਤੁਸੀਂ ਉਹਦੇ ਨਾਲ ਉਹਦੇ ਸ਼ੌਂਕ ਪੂਰੇ ਕੀਤੇ ਨੇ, ਉਹਨੂੰ ਪੜ੍ਹਾਇਆ ਲਿਖਾਇਆ, ਚੰਗੀ ਪਰਵਰਿਸ਼ ਦਿੱਤੀ, ਪਰ ਠੀਕ ਹੈ ਤੁਹਾਡੀ ਧੀ ਤੋਂ ਗਲਤੀ ਹੋਈ ਹੈ, ਪਰ ਅੱਜ ਤੁਹਾਡੀ ਧੀ ਨੂੰ ਅੱਜ ਤੁਹਾਡੀ ਲੋੜ ਹੈ। ਤਾਂ ਮੇਰੇ ਕਹਿਣ 'ਤੇ ਬਲਜੋਤ ਨੇ ਦੁਬਾਰਾ ਫ਼ੋਨ ਕੀਤਾ ਆਪਣੀ ਮਾਂ ਨੂੰ, ਔਰ ਉਹੀ ਮਾਂ ਨੇ ਉਹਨੂੰ ਕਿਹਾ ਕਿ ਨਹੀਂ ਤੂੰ ਘਰ ਆ, ਤੂੰ ਘਰ ਆ, ਅਸੀਂ ਤੇਰੇ ਨਾਲ ਆ। ਜਦੋਂ ਘਰੇ ਗਏ, ਠੀਕ ਹੈ, ਗਿਲੇ ਸ਼ਿਕਵੇ ਹੁੰਦੇ ਨੇ, ਰਿਸ਼ਤਿਆਂ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ, ਪਰ ਸਾਡਾ ਮਾਪੇ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਹੁੰਦਾ ਹੈ ਨਾ। ਜਦੋਂ ਤੁਹਾਡੀ ਧੀ ਔਖੇ ਟਾਈਮ 'ਚ ਤੁਹਾਨੂੰ ਉਹਦਾ ਸਾਥ ਦੇਣਾ ਚਾਹੀਦਾ। ਤਾਂ ਜਦੋਂ ਘਰੇ ਗਈ ਤਾਂ ਭੈਣ ਭਰਜਾਈ
ਕਹਿ ਸਕਦੇ ਹੋ ਕਿ ਭਰਾ ਭਰਜਾਈ ਸੀ ਔਰ ਨਾਲ ਫਾਦਰ ਸਾਹਿਬ ਸੀ, ਠੀਕ ਹੈ, ਜਿਹੜਾ ਗਿਲਾ ਸ਼ਿਕਵਾ ਸੀ। ਲੇਕਿਨ ਜਦੋਂ ਉਹ ਬੱਚੀ ਦੀ ਮੂੰਹ ਤੇ ਜਿਹੜੀ ਉਹ ਜ਼ਖਮ ਸੀ ਉਹ ਦੇਖ ਕੇ ਸ਼ਾਇਦ ਉਹਨਾਂ ਦਾ ਦਿਲ ਪਸੀਜ ਗਿਆ ਤੇ ਉਹਨਾਂ ਨੇ ਉਸ ਬੱਚੇ ਦੀ ਰਿਪੋਰਟ ਲਿਖਾਈ। ਉਹਨੂੰ ਪਹਿਲਾਂ ਹਸਪੀਟਲ 'ਚ ਟ੍ਰੀਟਮੈਂਟ ਕਰਵਾਇਆ, ਉਸ ਤੋਂ ਬਾਅਦ ਉੱਥੇ ਰਿਪੋਰਟ ਕੀਤੀ। ਜਦੋਂ ਉਸ ਬੰਦੇ ਨੂੰ ਪਤਾ ਲੱਗ ਗਿਆ ਕਿ ਇਹਦੇ ਮਗਰ ਇਹਦੇ ਮਾਪੇ ਖੜੇ ਨੇ ਤਾਂ ਬੰਦਾ ਆਪੇ ਸਿੱਧਾ ਹੋ ਗਿਆ। ਅੱਜ ਉਹੀ ਕੁੜੀ ਆ ਜਿਹੜੀ ਆਪਣੇ ਘਰੇ ਬੈਠੀ ਆ। ਪਹਿਲਾਂ ਇੱਕ ਬੇਟਾ ਸੀ, ਇੱਕ ਬੇਟਾ ਹੋਰ ਉਹਨੇ ਬਰਥ ਦਿੱਤਾ, ਜਨਮ ਦਿੱਤਾ। ਤਾਂ ਅੱਜ ਉਹੀ ਬੰਦਾ ਬਿਲਕੁਲ ਸਿੱਧਾ। ਗੱਲ ਕੀ ਹੈ, ਹੌਸਲਾ ਜ਼ੁਲਮ ਕਰਨ ਵਾਲੇ ਦਾ ਉਦੋਂ ਵੱਧਦਾ ਜਦੋਂ ਉਹਨੂੰ ਐਂ ਪਤਾ ਲੱਗ ਜਾਂਦਾ ਕਿ ਇਹ ਤਾਂ ਕਮਜ਼ੋਰ ਆ, ਇਹਦੇ ਮਗਰ ਕਿਹਨੇ ਆਉਣਾ, ਇਹਦੇ ਨਾਲ ਮੈਂ ਜੋ ਮਰਜ਼ੀ ਕੁਝ ਕਰਾਂ। ਪਰ ਜਦੋਂ ਉਹਨੂੰ ਪਤਾ ਲੱਗ ਜੇ ਕਿ ਇਹਦੇ ਮਗਰ ਇੰਨੇ ਬੰਦਿਆਂ ਦੀ ਸਪੋਰਟ ਖੜੀ ਆ, ਹੈ ਨਾ, ਤੇ ਇਹ ਮੈਨੂੰ ਪੁਲਿਸ ਥਾਣੇ 'ਚ ਘੜੀਸਣਗੇ, ਮੇਰੀ ਬਦਨਾਮੀ ਹੋਊਗੀ, ਮੇਰਾ ਘਰ ਟੁੱਟੂਗਾ, ਉਹ ਬੰਦਾ ਆਪੇ ਸਿੱਧਾ ਹੋ ਜਾਂਦਾ। ਗੱਲ ਕੀ ਹੈ ਕਿ ਸਿਰਫ ਸਾਥ ਦੀ ਮਾਪਿਆਂ ਨੂੰ ਤੁਹਾਡੇ ਚੈਨਲ ਦੇ ਥਰੂ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ, ਹੈ ਨਾ, ਪਰ ਅਸੀਂ ਮਾਪੇ ਹਾਂ, ਸਾਨੂੰ ਪਤਾ ਸਾਡੇ ਬੱਚੇ ਲਈ ਕੀ ਚੰਗਾ ਤੇ ਕੀ ਮਾੜਾ। ਜੇ ਤੁਹਾਡੇ ਬੱਚੇ ਤੋਂ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਹੈ ਨਾ। ਅੱਜ ਦੇ ਸਮੇਂ 'ਚ ਅਸੀਂ ਕੀ ਕਰਦੇ ਹਾਂ ਕਿ ਸਬਰ ਹੈ ਨਹੀਂ ਸਾਡੇ ਅੰਦਰ, ਹੈ ਨਾ। ਬੱਚੇ ਵੀ ਬਹੁਤ ਕਾਹਲੀ ਕਰਦੇ ਨੇ, ਬੱਚੇ ਵੀ ਫੈਸਲਾ ਲੈਣ ਲੱਗੇ ਬਹੁਤ ਕਾਹਲੀ ਕਰਦੇ ਨੇ, ਪਰ ਸਬਰ ਸੰਤੋਖ ਰੱਖਣਾ ਆਪਣੇ ਅੰਦਰ ਬੜਾ ਜ਼ਰੂਰੀ ਹੈ ਨਾ। ਔਰ ਦੂਜੀ ਗੱਲ ਇਹ ਹੈ ਕਿ ਜੇ ਤੁਹਾਡੇ ਬੱਚੇ ਤੋਂ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਲੇਕਿਨ ਉਹਦਾ ਸਾਥ ਨਾ ਛੱਡੋ ਕਦੇ ਵੀ, ਕਿਉਂਕਿ ਜੇ ਤੁਸੀਂ ਸਾਥ ਛੱਡਤਾ ਤਾਂ ਤੁਹਾਡੇ ਬੱਚੇ ਕੋਲੇ ਕੋਈ ਆਪਸ਼ਨ ਹੀ ਨਹੀਂ ਰਹੇਗੀ ਕਿ ਲੋਕ ਸਾਥ ਦੇਣਗੇ। ਲੋਕ ਸਾਥ ਨਹੀਂ ਦਿੰਦੇ, ਲੋਕ ਤਮਾਸ਼ਾ ਦੇਖਦੇ ਨੇ, ਰਾਈਟ। ਸੋ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦਾ ਸਾਥ ਦਿਓ, ਆਪਣੇ ਬੱਚਿਆਂ ਨੂੰ ਚੰਗੇ ਮਾੜੇ ਬਾਰੇ ਉਹਨਾਂ ਨੂੰ ਜਾਣਕਾਰੀ ਦਿਓ। ਮੈਮ, ਬਹੁਤ ਸਾਰੀਆਂ ਕੁੜੀਆਂ ਜਿਵੇਂ ਕਿ ਤੁਸੀਂ ਦੱਸਿਆ ਕਿ ਸਪੋਰਟ ਨਹੀਂ ਹੁੰਦੀ, ਹੈ ਨਾ। ਜੇਕਰ ਇਸ ਜਿਹੜੀ ਕਹਾਣੀ ਤੁਸੀਂ ਸੁਣਾਈ ਹੈ, ਜੇਕਰ ਉਹਦੇ ਪੇਰੈਂਟਸ ਦੀ ਸਪੋਰਟ ਉਹਨੂੰ ਹੁੰਦੀ ਤਾਂ ਉਹਨੂੰ ਐਡਾ ਤੁਹਾਡੇ ਤੱਕ ਪਹੁੰਚ ਕਰਨ ਦੀ ਲੋੜ ਨਹੀਂ ਸੀ। ਅਤੇ ਬਹੁਤ ਸਾਰੇ ਤੁਸੀਂ ਕੇਸਿਸ ਦੇਖਦੇ ਵੀ ਹੋ, ਹੈ ਨਾ, ਅਤੇ ਹਰੇਕ ਤੱਕ ਪਹੁੰਚਿਆ ਨਹੀਂ ਜਾਂਦਾ, ਬਟ ਤੁਹਾਡੀ ਆਵਾਜ਼ ਜਿਹੜੀ ਆ ਉਹ ਹਰੇਕ ਤੱਕ ਪਹੁੰਚ ਸਕਦੀ ਹੈ ਨਾ। ਕਿ ਜਦੋਂ ਤੁਹਾਡੇ ਨਾਲ ਇਹ ਬੀਤਿਆ, ਉਦੋਂ ਉਮਰ ਛੋਟੀ ਸੀਗੀ, ਉਦੋਂ ਤੁਸੀਂ ਵੀ ਸੋਚਿਆ ਹੋਊਗਾ, ਹੈ ਨਾ, ਵੀ ਕਿਹਨੂੰ ਦੱਸਾਂ, ਕੀ ਔਕੜਾਂ ਆਈਆਂ ਸੀ, ਕਿ ਇਹ ਮੁਸ਼ਕਿਲ ਹੋਈ ਸੀਗੀ ਕਿ ਆਵਾਜ਼ ਉਠਾਊਂਗੀ, ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਅਤੇ ਮੈਂ ਕੀ ਕਰੂੰਗੀ। ਤੁਹਾਨੂੰ ਉਸ ਟਾਈਮ ਇਹ ਸਾਰਾ ਕੁਝ ਤੁਸੀਂ ਫੇਸ ਕੀਤਾ ਸੀਗਾ? ਜਸਪ੍ਰੀਤ, ਉਸ ਟਾਈਮ ਤਾਂ ਗੱਲ ਕਰਾਂ ਤਾਂ ਬੜੀਆਂ ਚੀਜ਼ਾਂ ਫੇਸ ਕੀਤੀਆਂ, ਔਰ ਮੈਂ ਹਮੇਸ਼ਾ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਹੁੰਦੀ ਹਾਂ ਕਿ ਜਿਹੜੀਆਂ ਚੀਜ਼ਾਂ ਮੈਂ ਫੇਸ ਕੀਤੀਆਂ ਨੇ, ਰੱਬ ਨਾ ਕਰੇ ਕਿਸੇ ਹੋਰ ਕੁੜੀ ਦੀ ਕਿਸਮਤ ਇੱਦਾਂ ਦੀ ਹੋਵੇ, ਹੈ ਨਾ। ਇੱਕ ਕੇਸ ਆਇਆ ਸੀ ਮੇਰੇ ਕੋਲੇ, ਤਾਂ ਉਸ ਤੋਂ ਬਾਅਦ ਜਦੋਂ ਕੇਸ ਮੈਂ ਸੋਲਵ ਕੀਤਾ, ਉਸ ਬੱਚੀ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢਿਆ, ਤਾਂ ਉਸ ਤੋਂ ਬਾਅਦ ਜਦੋਂ ਪ੍ਰੈਗਨੈਂਟ ਹੋਈ ਤਾਂ ਇੱਕ ਦਿਨ ਉਹਦਾ ਮੈਸੇਜ ਆਇਆ ਕਿ ਦੀਦੀ ਮੈਂ ਪ੍ਰੈਗਨੈਂਟ ਆ, ਔਰ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੀ ਜਿਹੜੀ ਧੀ ਹੋਵੇ, ਮੇਰੇ ਕੋਲ ਜਿਹੜਾ ਬੱਚਾ ਹੋਵੇ ਉਹ ਧੀ ਹੋਵੇ, ਉਹ ਤੁਹਾਡੇ ਵਰਗੀ ਹੋਵੇ। ਔਰ ਉਸ ਸਮੇਂ ਮੈਂ ਉਹਨੂੰ ਸਮਾਈਲੀ ਭੇਜਤੀ, ਪਰ ਮੈਂ ਰੱਬ ਅੱਗੇ ਹਮੇਸ਼ਾ ਇਹੀ ਅਰਦਾਸ ਕਰਦੀ ਹਾਂ ਕਿ ਮੇਰੀ ਜਿਹੀ ਜਿਹੜੀ ਕਿਸਮਤ ਹੈ ਜਾਂ ਮੇਰੇ ਜਿਹੀ ਧੀ ਰੱਬ ਕਿਸੇ ਨੂੰ ਵੀ ਨਾ ਦੇਵੇ। ਮੇਰੀ ਮਾਂ ਕਹਿੰਦੀ ਹੈ ਧੀ ਸਭ ਨੂੰ ਦੇਵੇ, ਕਿਸਮਤ ਨਾ ਦੇਵੇ। ਨਹੀਂ, ਮੈਂ ਕਹਿੰਦੀ ਹਾਂ ਕਿ ਮੈਂ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਮੁਸਕਰਾਹਟ, ਹੈ ਨਾ, ਸਮਾਈਲ, ਮੇਰੀ ਇਸ ਮੁਸਕਰਾਹਟ ਦੇ ਪਿੱਛੇ ਬਹੁਤ ਕੁਛ ਹੈ। ਮੈਨੂੰ ਅੱਖਾਂ ਵੀ ਨਮ ਲੱਗਣ ਦੀਆਂ ਨੇ ਇਸ ਟਾਈਮ। ਇਹ ਹਾਸਾ ਜ਼ਰੂਰ ਹੈਗਾ ਚਿਹਰੇ 'ਤੇ, ਇਹਦੇ ਪਿੱਛੇ ਦੁੱਖ ਬੜੇ ਵੱਡੇ ਨੇ। ਦੁੱਖ ਕਹਿੰਦੇ ਨੇ ਕਿ ਹਰ ਕਿਸੇ ਦੀ ਲਾਈਫ ਦਾ ਹਿੱਸਾ ਹੁੰਦੇ ਨੇ, ਹਰ ਕਿਸੇ ਦੀ ਲਾਈਫ ਦੇ ਵਿੱਚ ਹੈ। ਤੁਹਾਡੀ ਵੀ ਲਾਈਫ ਸੌਖੀ ਨਹੀਂ ਹੋਏਗੀ, ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਮੇਰੀ ਜਿੰਨੀ ਟਫ ਲਾਈਫ ਆ ਉਹ ਕਿਸੇ ਦੀ ਵੀ ਨਹੀਂ ਹੋਏਗੀ, ਹੈ ਨਾ। ਮੈਂ ਅੱਜ ਬਹੁਤ ਛੋਟੀ ਉਮਰ ਦੇ ਵਿੱਚ ਉਸ ਜਗ੍ਹਾ 'ਤੇ ਪਹੁੰਚ ਚੁੱਕੀ ਹਾਂ ਜਿੱਥੇ ਮੈਂ ਕਹਿ ਸਕਦੀ ਹਾਂ ਕਿ ਮੈਂ ਫਕਰਾਂ ਵਾਂਗੂ ਜ਼ਿੰਦਗੀ ਜਿਉਣ ਦੇ ਵਿੱਚ ਬੜੀ ਖੁਸ਼ ਹਾਂ। ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਆ। ਜਿਹੜੀਆਂ ਚੀਜ਼ਾਂ ਵੱਲ ਲੋਕ ਅੱਜ ਕੱਲ੍ਹ ਭੱਜਦੇ ਨੇ, ਜਿਵੇਂ ਕਹਿ ਸਕਦੇ ਹੋ ਕਿ ਪੈਸਾ, ਐਸ਼ੋ ਆਰਾਮ, ਹੈ ਨਾ, ਕੱਪੜਿਆਂ ਦਾ ਲਾਲਚ, ਗਹਿਣਿਆਂ ਦਾ ਲਾਲਚ, ਹੈ ਨਾ, ਮੈਨੂੰ ਇਹ ਚੀਜ਼ਾਂ ਮੈਨੂੰ ਲੱਗਦੀਆਂ ਨੇ ਕਿ ਵਿਅਰਥ ਨੇ। ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਮੈਨੂੰ ਇਹ ਚੀਜ਼ਾਂ ਵੱਲ ਬਿਲਕੁਲ ਵੀ ਕੋਈ ਮੋਹ ਨਹੀਂ, ਕੋਈ ਪਿਆਰ ਨਹੀਂ ਆ, ਕੁਛ ਨਹੀਂ ਆ। ਕਿਉਂਕਿ ਮੈਂ ਜਿਹੜੀਆਂ ਔਕੜਾਂ ਆਪਣੀ ਲਾਈਫ 'ਚ ਦੇਖੀਆਂ ਨੇ ਨਾ, ਰੱਬ ਨਾ ਕਰੇ ਉਹ ਫੇਸ ਕਿਸੇ ਨੂੰ ਦੇਖਣਾ ਪਵੇ, ਹੈ ਨਾ। ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਉੱਪਰ ਉਹ ਪਰਮਾਤਮਾ ਦਾ ਆਸ਼ੀਰਵਾਦ ਸੀ ਕਿ ਮੈਂ ਉਹ ਚੀਜ਼ਾਂ 'ਚੋਂ ਨਿਕਲ ਆਈ।
ਪਰ ਹਰ ਕੋਈ ਉੱਥੋਂ ਨਹੀਂ ਨਿਕਲ ਸਕਦਾ ਹੈਗਾ ਹੈ ਨਾ। ਬਹੁਤ ਵਾਰੀ ਹੋਇਆ ਲੋਕ ਮੈਨੂੰ ਕਹਿ ਦਿੰਦੇ ਨੇ ਕਿ ਤੁਹਾਨੂੰ ਤੁਸੀਂ ਡਿਪਰੈਸ਼ਨ ਦੀ ਕਾਉਂਸਲਿੰਗ ਕਰਦੇ ਹੋ, ਤੁਹਾਨੂੰ ਡਿਪਰੈਸ਼ਨ ਨਹੀਂ ਹੋਇਆ। ਮਤਲਬ ਤੁਸੀਂ ਡਿਪਰੈਸ਼ਨ ਦੀ ਕਾਉਂਸਲਿੰਗ ਕਿਵੇਂ ਕਰ ਸਕਦੇ ਹੋ? ਤੁਸੀਂ ਕਿਹੜਾ ਕੋਈ ਡਾਕਟਰ ਹੋ? ਮਤਲਬ ਮੇਰੇ ਕੋਲ ਜਦੋਂ ਕੇਸ ਆਉਂਦੇ ਨੇ ਨਾ ਤਾਂ ਮੈਨੂੰ ਕਹਿਣਗੇ ਡਾਕਟਰ ਅਨਾਮਿਕਾ। ਮੈਂ ਕਿਹਾ ਮੈਂ ਡਾਕਟਰ ਨਹੀਂ ਆ, ਮੇਰੇ ਕੋਲ ਕੋਈ ਡਿਗਰੀ ਨਹੀਂ ਆ, ਮੈਂ ਕਦੇ ਝੂਠ ਨਹੀਂ ਬੋਲਿਆ ਕਿ ਮੈਂ ਇੰਨੀ ਪੜ੍ਹੀ ਲਿਖੀ ਆਈ ਐਮ ਜਸਟ +2 ਪਾਸ। ਠੀਕ ਹੈ, ਮੇਰੇ ਕੋਲ ਕੋਈ ਡਿਗਰੀ ਨਹੀਂ ਹੈ ਇਸ ਤੋਂ ਇਲਾਵਾ। ਠੀਕ ਹੈ, ਮੈਂ ਵੱਡੇ ਵੱਡੇ ਕਾਲਜਸ 'ਚ ਜਾਂਦੀ ਹਾਂ, ਉੱਥੇ ਵੀ ਮੈਂ ਇਹ ਕਹਿ ਦਿੰਦੀ ਹਾਂ, ਮੈਂ ਸਾਫ਼ ਦੱਸਦੀ ਹਾਂ ਕਿ ਆਮ +2 ਪਾਸ। ਠੀਕ ਹੈ, ਪਰ ਮੈਂ ਉਹ ਚੀਜ਼ ਫੇਸ ਕੀਤੀ ਆ। ਮੈਂ ਬਹੁਤ ਰਾਤਾਂ ਜਾ ਕੇ ਕੱਢੀਆਂ ਨੇ ਹੈ ਨਾ, ਰੋ ਕੇ ਕੱਢੀਆਂ ਨੇ ਹੈ ਨਾ। ਮੈਨੂੰ ਪਤਾ ਉਹ ਤਣਾਅ ਕੀ ਹੈ, ਮੈਨੂੰ ਪਤਾ ਡਿਪਰੈਸ਼ਨ ਕੀ ਆ ਹੈ ਨਾ, ਮੈਨੂੰ ਪਤਾ ਉੱਥੋਂ ਨਿਕਲਣਾ ਕਿਵੇਂ ਆ। ਤੁਸੀਂ ਸਿਰਫ ਡਿਪਰੈਸ਼ਨ ਕਿਸੇ ਡਾਕਟਰ ਕੋਲ ਜਾ ਕੇ ਟੈਬਲੇਟ ਖਾ ਕੇ ਉਹ ਡਿਪਰੈਸ਼ਨ ਨੂੰ ਹੀਲ ਨਹੀਂ ਕਰ ਸਕਦੇ ਹੈਗੇ, ਉੱਥੋਂ ਨਹੀਂ ਨਿਕਲ ਸਕਦੇ ਜਦੋਂ ਤੱਕ ਕੋਈ ਪ੍ਰੋਪਰ ਇਨਸਾਨ ਤੁਹਾਡੀ ਲਾਈਫ ਦੇ ਵਿੱਚ ਕੋਈ ਤੁਹਾਨੂੰ ਕਾਉਂਸਲਿੰਗ ਕਰਨ ਵਾਲਾ ਨਹੀਂ ਆ ਜਾਂਦਾ, ਜਾਂ ਫਿਰ ਕੋਈ ਇਨਸਾਨ ਤੁਹਾਨੂੰ ਹੌਸਲਾ ਦੇਣ ਵਾਲਾ ਨਹੀਂ ਆਉਂਦਾ ਹੈਗਾ, ਜਾਂ ਫਿਰ ਤੁਹਾਡੇ ਕੋਲ ਕੋਈ ਗੋਲ ਨਹੀਂ ਹੈਗਾ, ਤੁਸੀਂ ਗੋਲ ਤੋਂ ਭਟਕ ਚੁੱਕੇ ਹੋ ਰਾਈਟ, ਤਾਂ ਤੁਸੀਂ ਉਹ ਡਿਪਰੈਸ਼ਨ 'ਚ ਡੁੱਬੇ ਰਹੋਗੇ। ਪਰ ਜਦੋਂ ਮੈਂ ਕਹਿੰਦੀ ਉਹੀ ਚੀਜ਼ ਮੈਂ ਦੁਬਾਰਾ ਦੱਸਦੀ ਹਾਂ ਕਿ ਮੇਰੀ ਮਾਂ ਹੈ ਮੇਰੀ ਸਭ ਤੋਂ ਵੱਡੀ ਮੋਟੀਵੇਸ਼ਨ ਹੈ। ਮੈਨੂੰ ਜਿੰਨੀ ਵਾਰੀ ਡਿਪਰੈਸ਼ਨ ਹੋਇਆ, ਜਿੰਨੀ ਵਾਰੀ ਮੈਨੂੰ ਸਟ੍ਰੈਸ ਹੋਇਆ, ਮੇਰੀ ਮਾਂ ਨੇ ਮੈਨੂੰ ਉੱਥੋਂ ਕੱਢਿਆ। ਮੈਂ ਕਿਸੇ ਡਾਕਟਰ ਕੋਲੇ ਨਹੀਂ ਗਈ, ਇਹ ਟਰੂ ਐਗਜ਼ਾਮਪਲ ਹੈ। ਮੈਂ ਕਿਸੇ ਡਾਕਟਰ ਕੋਲੇ ਨਹੀਂ ਗਈ, ਮੈਂ ਕੋਈ ਮੈਡੀਸਿਨ ਨਹੀਂ ਖਾਧੀ ਹੈਗੀ, ਪਰ ਮੈਨੂੰ ਪਤਾ ਸੀ ਉਹ ਮੇਰਾ ਗੋਲ ਆ, ਉਹ ਮੇਰਾ ਮੈਂ ਉੱਥੇ ਪਹੁੰਚਣਾ ਰਾਈਟ। ਮੈਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਮੈਨੂੰ ਕਿਸੇ ਦੇ ਦੁੱਖ ਸੁਣਨੇ ਬੜੇ ਚੰਗੇ ਲੱਗਦੇ ਨੇ। ਕਿਉਂ? ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦੁੱਖ ਸੁਣਦੇ ਹੋ ਤੁਸੀਂ ਆਪਣਾ ਭੁੱਲ ਜਾਂਦੇ ਹੋ ਹੈ ਨਾ। ਜਦੋਂ ਵੀ ਤੁਸੀਂ ਦੁਖੀ ਹੁੰਦੇ ਹੋ ਨਾ, ਮੈਂ ਬਹੁਤ ਸਾਰੀਆਂ ਕੁੜੀਆਂ ਨੇ ਤੁਹਾਨੂੰ ਟਰੂ ਐਗਜ਼ਾਮਪਲ ਦੱਸ ਸਕਦੀ ਹਾਂ ਜਿਹੜੀਆਂ ਕਿਸੇ ਟਾਈਮ ਮੇਰੇ ਕੋਲ ਆਈਆਂ ਸੀ ਆਪਣਾ ਦੁੱਖ ਲੈ ਕੇ, ਔਰ ਅੱਜ ਉਹ ਕਿਸੇ ਹੋਰ ਦਾ ਦੁੱਖ ਸੁਣਦੀਆਂ ਨੇ, ਕਿਸੇ ਹੋਰ ਵਾਸਤੇ ਕੁਝ ਚੰਗਾ ਕਰ ਰਹੀਆਂ ਨੇ ਰਾਈਟ। ਸੋ ਮੈਂ ਹਮੇਸ਼ਾ ਇਹ ਚੀਜ਼ ਕਹਿੰਦੀ ਹੁੰਦੀ ਹਾਂ ਕਿ ਔਖਾ ਟਾਈਮ ਸਭ 'ਤੇ ਆਉਂਦਾ, ਸਭ ਲੋਕਾਂ 'ਤੇ ਆਉਂਦਾ, ਦੁੱਖ ਹਰੇਕ ਇਨਸਾਨ ਨੂੰ ਆਉਂਦਾ। ਬਹੁਤ ਟਾਈਮ ਮਤਲਬ ਦੁੱਖ ਔਰ ਸੁੱਖ ਸਾਡੀ ਲਾਈਫ ਦਾ ਪਾਰਟ ਨੇ ਹੈ ਨਾ। ਇੱਕ ਚੀਜ਼ ਆਏਗੀ ਤਾਂ ਇੱਕ ਚੀਜ਼ ਜਾਏਗੀ। ਜੇ ਸੁੱਖ ਆਏਗਾ ਤਾਂ ਇਹ ਨਹੀਂ ਕਿ ਦੁੱਖ ਨਹੀਂ ਆਏਗਾ, ਦੁੱਖ ਵੀ ਆਏਗਾ ਹੀ ਆਏਗਾ। ਲੇਕਿਨ ਜੇ ਅਸੀਂ ਸੁੱਖ ਦੇ ਵਿੱਚ ਵਧੀਆ ਬੈਠੇ ਹਾਂ ਤਾਂ ਦੁੱਖ ਜੇ ਅਗਰ ਪਾਰਟ ਆ ਗਿਆ ਤਾਂ ਦੁੱਖ ਨੂੰ ਕਿਵੇਂ ਹੈਂਡਲ ਕਰਨਾ, ਉਹਦੇ ਵਿੱਚੋਂ ਨਿਕਲਣਾ ਕਿਵੇਂ ਆ। ਜ਼ਿੰਦਗੀ ਦੇ ਵਿੱਚ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ। ਸੋਲਿਊਸ਼ਨ ਹੈਗਾ ਲੇਕਿਨ ਉਹ ਲੱਭਣਾ ਪੈਣਾ। ਲਾਈਕ ਤੁਹਾਨੂੰ ਫਾਈਨੈਂਸ਼ੀਅਲੀ ਤੁਸੀਂ ਔਖੇ ਹੋ, ਹੁਣ ਫਾਈਨੈਂਸ਼ੀਅਲੀ ਔਖੇ ਹੋ ਲੇਕਿਨ ਸੋਰਸ ਆਫ ਇਨਕਮ ਤਾਂ ਬਹੁਤ ਨੇ ਨਾ ਰਾਈਟ, ਉਹ ਤੁਹਾਨੂੰ ਚੂਜ਼ ਕਰਨੇ ਪੈਣੇ ਨੇ ਰਾਈਟ। ਤੁਹਾਨੂੰ ਸਿਹਤ ਪੱਖੋਂ ਦੁੱਖ ਹੈ ਠੀਕ ਹੈ, ਉਹ ਤੁਹਾਨੂੰ ਦੇਖਣਾ ਪੈਣਾ ਕਿ ਮੇਰੇ ਲਈ ਕਿਹੜੇ ਡਾਕਟਰ ਚੰਗਾ, ਮੈਂ ਕਿਹੜੇ ਡਾਕਟਰ ਕੋਲ ਜਾ ਕੇ ਮੈਡੀਸਨ ਲੈਣੀ ਹੈ ਰਾਈਟ। ਤੁਸੀਂ ਬੱਚਿਆਂ ਪੱਖੋਂ ਦੁਖੀ ਹੋ ਤਾਂ ਬੱਚਿਆਂ ਨੂੰ ਸਹੀ ਰਸਤੇ 'ਤੇ ਲੈ ਕੇ ਕਿਹਨੇ ਆਉਣਾ? ਤੁਸੀਂ ਲੈ ਕੇ ਆਉਣਾ ਰਾਈਟ। ਤੁਸੀਂ ਮਾਪਿਆਂ ਵੱਲੋਂ ਦੁਖੀ ਹੋ ਠੀਕ ਹੈ, ਮਾਪਿਆਂ ਦੇ ਨਾਲ ਨੇੜਲਾ ਰਿਸ਼ਤਾ ਕਿਹਨੇ ਬਣਾਉਣਾ? ਤੁਸੀਂ ਬਣਾਉਣਾ। ਸੋ ਹਰੇਕ ਚੀਜ਼ ਦਾ ਜਿਹੜਾ ਪ੍ਰੋਬਲਮ ਦਾ ਸਲਿਊਸ਼ਨ ਹੈਗਾ ਤਾਂ ਹੈਗਾ, ਲੇਕਿਨ ਅਸੀਂ ਰੋਈ ਜਾਵਾਂਗੇ, ਅਸੀਂ ਆਪਣਾ ਮਾਈਂਡ ਜਿਹੜਾ ਹੈਗਾ ਉਹ ਖ਼ਤਮ ਕਰ ਲਾਂਗੇ, ਅਸੀਂ ਆਪਣੀ ਬੋਡੀ ਖ਼ਤਮ ਕਰ ਲਾਂਗੇ, ਉਹਦੇ ਨਾਲ ਕੀ ਮਿਲੂਗਾ? ਕਿਸੇ ਨੂੰ ਕੁਝ ਨਹੀਂ ਮਿਲਣਾ। ਤੁਸੀਂ ਆਪਣੀ ਲਾਈਫ ਖ਼ਤਮ ਕਰ ਲਓਗੇ। ਆਪਣੀ ਲਾਈਫ ਨੂੰ ਸੈੱਟ ਕਿਵੇਂ ਕਰਨਾ, ਆਪਣੇ ਗੋਲ ਨੂੰ ਅਚੀਵ ਕਿਵੇਂ ਕਰਨਾ, ਇੱਕ ਬੈਸਟ ਐਗਜ਼ਾਮਪਲ ਕਿਵੇਂ ਬਣਨੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹਮੇਸ਼ਾ ਆਪਣੇ ਦੁੱਖਾਂ ਦੇ ਵਿੱਚੋਂ ਉੱਭਰਨ ਦੀ ਕੋਸ਼ਿਸ਼ ਕਰੋ, ਨਾ ਕਿ ਡੁੱਬਣ ਦੀ ਕੋਸ਼ਿਸ਼ ਕਰੋ। ਜੇ ਮੈਂ ਕਹਾਂ ਤਾਂ ਮੇਰੇ ਲਾਈਫ ਦੇ ਵਿੱਚ ਇੰਨੇ ਦੁੱਖ ਆਏ ਨੇ ਤਾਂ ਮੈਂ ਤਾਂ ਕਦੋਂ ਦੀ ਮਰ ਮੁੱਕ ਗਈ ਹੁੰਦੀ, ਕਦੋਂ ਦੀ ਰਾਈਟ। ਬਟ ਮੈਂ ਕੀ ਸੋਚਿਆ ਕਿ ਨਹੀਂ, ਸ਼ੁਰੂ ਤੋਂ ਬਚਪਨ ਤੋਂ ਸੀ ਕਿ ਮੈਂ ਮੋਟੀਵੇਸ਼ਨ ਸਪੀਕਰ ਬਣਨਾ, ਬਚਪਨ ਤੋਂ ਹੀ। ਅੱਜ ਤੁਹਾਡੇ ਸਾਹਮਣੇ ਆ। ਮੈਮ ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹੂੰਗੀ ਕਿ ਡਿਪਰੈਸ਼ਨ ਵੀ ਉਹਦੇ ਕਈ ਕਾਰਨ ਹੁੰਦੇ ਹੈ ਨਾ। ਜ਼ਿਆਦਾ ਅਸੀਂ ਓਵਰ ਥਿੰਕਰ ਹੁੰਦੇ ਹਾਂ ਜਾਂ ਅਸੀਂ ਲੋਕਾਂ ਦੀਆਂ ਗੱਲਾਂ ਦੇ ਵੱਲ ਧਿਆਨ ਦਿੰਦੇ ਹਾਂ, ਅਤੇ ਆਪਾਂ ਜਦੋਂ ਦੂਜਿਆਂ ਬਾਰੇ ਜ਼ਿਆਦਾ ਸੋਚਦੇ ਹਾਂ ਨਾ ਉਦੋਂ ਸਾਨੂੰ ਵੀ ਨੁਕਸਾਨ ਹੁੰਦਾ ਹੈ ਨਾ, ਅਸੀਂ ਵੀ ਹਰਟ ਹੁੰਦੇ ਹਾਂ। ਅਸੀਂ ਜ਼ਿਆਦਾ ਸੋਚਦੇ ਹਾਂ ਤਾਂ ਉਹ ਡਿਪਰੈਸ਼ਨ ਦਾ ਵੀ ਕਾਰਨ ਹੋ ਸਕਦਾ ਹੈ ਨਾ। ਤੁਸੀਂ ਬਹੁਤ ਕੁਝ ਦੇਖਿਆ, ਬਹੁਤ ਕੁਝ ਫੇਸ ਕੀਤਾ ਹੈ ਨਾ। ਬਹੁਤ ਸਾਰੇ ਲੋਕ ਬੋਲਦੇ ਹੋਣਗੇ ਵੀ ਤੂੰ ਆਪਣੇ ਹੀ ਜਿਹੜਾ ਹੈਗਾ ਪਿਤਾ ਦੇ ਉੱਤੇ ਉਂਗਲੀ ਚੱਕ ਰਹੀ ਆ, ਜਾਂ ਇੱਦਾਂ ਦੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨ ਨੂੰ ਮਿਲੀਆਂ ਹੋਣਗੀਆਂ ਕਿ ਤੇਰੀਆਂ 2 ਭੈਣਾਂ ਵੀ ਆ, ਉਹਨਾਂ ਦੇ ਬਾਰੇ ਸੋਚ। ਕੁਛ ਇੱਦਾਂ ਦੀਆਂ ਨੈਗੇਟਿਵਿਟੀਜ਼ ਤੁਹਾਨੂੰ ਸੁਣਨ ਨੂੰ ਮਿਲੀਆਂ, ਤੁਸੀਂ ਉਹਨਾਂ ਨੂੰ ਕਿੱਦਾਂ ਚੀਰ ਕੇ ਅੱਗੇ ਨਿਕਲੇ? ਮੈਨੂੰ ਲੱਗਦਾ ਤੁਸੀਂ ਮੇਰੇ ਸਾਰੇ ਇੰਟਰਵਿਊ ਦੇਖ ਕੇ ਆਏ ਹੋ। ਚਲੋ, ਪ੍ਰੋਬਲਮਸ ਬਹੁਤ ਆਉਂਦੀਆਂ ਨੇ ਹੈ ਨਾ, ਪਰ ਮੇਰੇ ਨਾਲ ਕੀ ਹੋਇਆ ਕਿ ਜਦੋਂ ਜੋਸ਼ ਟਾਕ ਦੇ ਉੱਪਰ ਮੈਂ ਬੋਲੀ,
ਔਰ ਉਸ ਸਮੇਂ ਮੈਨੂੰ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਮਿਲਿਆ। ਔਰ ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਇਹ ਪਹਿਲਾ ਕੇਸ ਸੀ ਕਿ ਕਿਸੇ ਧੀ ਨੇ ਔਰ ਕਹਿੰਦੇ ਸਿੱਖਾਂ ਦੀ ਸੰਧੂਆਂ ਦੀ ਧੀ ਨੇ ਕਿਸੇ ਨੇ ਇਹ ਆਵਾਜ਼ ਚੱਕੀ ਆ। ਪਰ ਮੇਰੇ ਅੰਦਰ ਪਤਾ ਨਹੀਂ ਉਹ ਪਰਮਾਤਮਾ ਨੇ ਜਿਵੇਂ ਸ਼ੁਰੂ ਤੋਂ ਹੀ ਹਿੰਮਤ ਭਰੀ ਹੋਈ ਆ, ਹੈ ਨਾ। ਇਹ ਚੀਜ਼ ਕੋਈ ਛੋਟੀ ਚੀਜ਼ ਨਹੀਂ ਸੀ, ਹੈ ਨਾ। ਕਿਸੇ ਆਪਣੇ ਰਿਸ਼ਤੇ ਦੇ ਉੱਪਰ ਉਹ ਚੀਜ਼ ਆਵਾਜ਼ ਉਠਾਉਣੀ, ਉਹਦੇ ਖਿਲਾਫ ਆਵਾਜ਼ ਉਠਾਉਣੀ ਬਹੁਤ ਵੱਡੀ ਚੀਜ਼ ਸੀ। ਪਰ ਮੈਨੂੰ ਪਤਾ ਸੀ ਕਿ ਮੈਂ ਜੋ ਬੋਲ ਰਹੀ ਹਾਂ ਉਹ ਸਹੀ ਬੋਲ ਰਹੀ ਹਾਂ, ਔਰ ਅਗਰ ਮੈਂ ਇਹ ਚੀਜ਼ ਬੋਲਤੀ ਤਾਂ ਬਹੁਤ ਸਾਰੀ ਕੁੜੀਆਂ ਨੂੰ ਹਿੰਮਤ ਮਿਲੇਗੀ, ਹੌਸਲਾ ਮਿਲੇਗਾ। ਔਰ ਬੜੇ ਸਾਰੇ ਕੇਸ ਉਸ ਤੋਂ ਬਾਅਦ ਨਿਕਲ ਕੇ ਵੀ ਆਏ ਨੇ ਸਾਹਮਣੇ, ਹੈ ਨਾ। ਜੇ ਗੱਲ ਕਰਾਂ ਨੈਗੇਟਿਵਿਟੀ ਦੀ, ਤਾਂ ਮੈਂ ਕਦੇ ਵੀ ਲੋਕਾਂ ਦੀ ਪਰਵਾਹ ਨਹੀਂ ਕੀਤੀ ਹੈਗੀ, ਕਦੇ ਵੀ ਨਹੀਂ। ਜੇ ਮੈਂ ਲੋਕਾਂ ਦੀ ਪਰਵਾਹ ਕਰਦੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਸਕੂਲਸ 'ਚ ਜਾ ਕੇ ਸੈਮੀਨਾਰ ਨਾ ਦਿੰਦੀ, ਅੱਜ ਕਾਲਜਸ 'ਚ ਜਾ ਕੇ ਮੈਨੂੰ ਲੋਕ ਐਜ਼ ਏ ਗੈਸਟ ਲੈਕਚਰ ਨਾ ਬੁਲਾਉਂਦੇ, ਹੈ ਨਾ। ਬਟ ਮੈਂ ਲੋਕਾਂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਲੋਕ ਕੀ ਕਰਦੇ ਨੇ, ਲੋਕ ਤੁਹਾਨੂੰ ਹਮੇਸ਼ਾ ਨੀਚੇ ਗਿਰਾਉਣ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਤੁਸੀਂ ਪ੍ਰੋਫੈਸ਼ਨਲ ਲਾਈਫ ਦੇਖ ਲਓ ਜਾਂ ਪਰਸਨਲ ਲਾਈਫ ਦੇਖ ਲਓ, ਕੁਛ ਵੀ ਆ, ਹਰੇਕ ਬੰਦਾ ਤੁਹਾਡਾ ਦੋਸਤ ਨਹੀਂ ਹੋ ਸਕਦਾ, ਰਾਈਟ। ਹਰੇਕ ਬੰਦਾ ਤੁਹਾਡੇ ਬਾਰੇ ਚੰਗਾ ਨਹੀਂ ਸੋਚ ਸਕਦਾ, ਹੈ ਨਾ। ਔਰ ਇੱਕ ਚੀਜ਼ ਹੈ ਕਿ ਜਦੋਂ ਵੀ ਤੁਸੀਂ ਕੁਝ ਚੰਗਾ ਕਰੋਗੇ ਨਾ, ਲੋਕ ਮੈਂ ਕਹਿੰਦੇ 10 ਦੇ ਵਿੱਚੋਂ 8 ਲੋਕ ਹੋਣਗੇ ਜਿਹੜੇ ਤੁਹਾਨੂੰ ਮਾੜਾ ਕਹਿਣਗੇ, ਰਾਈਟ। ਲੇਕਿਨ 2 ਲੋਕ ਹੋਣਗੇ ਜਿਹੜੇ ਤੁਹਾਨੂੰ ਕਹਿਣਗੇ ਕਿ ਹਾਂ ਤੂੰ ਆਹ ਚੀਜ਼ ਬਹੁਤ ਅੱਛੀ ਕੀਤੀ ਆ। ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਦੇਖੋ, ਤੁਸੀਂ ਕੋਈ ਵੀ ਇੰਟਰਵਿਊ ਕਰਦੇ ਹੋ, ਠੀਕ ਹੈ, ਕਹਿਣਗੇ ਜਸਪ੍ਰੀਤ ਤੂੰ ਆਹ ਚੀਜ਼ ਅੱਛੀ ਨਹੀਂ ਕੀਤੀ ਹੈਗੀ। ਥੋੜ੍ਹੇ 'ਚ ਮੇਰੇ ਕਹਿੰਦੀ ਨੁਕਸ ਕੱਢਣ ਵਾਲੇ 100 ਜਾਣੇ ਹੋਣਗੇ, ਤੇਰੇ ਕੈਮਰੇ ਦਾ ਆਹ ਐਂਗਲ ਠੀਕ ਨਹੀਂ ਸੀ, ਹੈ ਨਾ, ਤੂੰ ਉੱਥੇ ਆਹ ਸਵਾਲ ਗਲਤ ਪੁੱਛ ਲਿਆ, ਰਾਈਟ। ਲੇਕਿਨ ਬਹੁਤ ਘੱਟ ਲੋਕ ਹੋਣਗੇ ਯਾਰ ਤੇਰੀ ਤਾਂ ਇੰਟਰਵਿਊ ਬੜੀ ਕਮਾਲ ਦੀ ਸੀ, ਜਸਪ੍ਰੀਤ ਤੂੰ ਤਾਂ ਬਹੁਤ ਚੰਗਾ ਬੋਲੀ। ਜੇ ਤੁਹਾਡੇ 'ਤੇ ਡਿਪੈਂਡ ਹੈ ਤੁਸੀਂ ਉਹ 8 ਲੋਕਾਂ 'ਤੇ ਧਿਆਨ ਦੇਣਾ ਜਾਂ ਤੁਸੀਂ ਉਹ 2 ਲੋਕਾਂ 'ਤੇ ਧਿਆਨ ਦੇਣਾ, ਇਹ ਹੁਣ ਤੁਹਾਡੇ 'ਤੇ ਡਿਪੈਂਡ ਆ। ਮੈਂ ਕਿਹਨੂੰ ਚੁਣਿਆ ਕਿ ਜਿਹੜੇ ਲੋਕ ਮੈਨੂੰ ਪੋਜ਼ਿਟਿਵ ਨੇ। ਮੈਂ ਮੇਰੇ ਖਿਆਲ ਦੇ ਵਿੱਚ ਜੋਸ਼ ਟੋਕ ਦੇ ਉੱਪਰ 10,000 ਤੋਂ ਪਲੱਸ ਕਮੈਂਟ ਹੋਣਗੇ, ਮੈਂ ਇੱਕ ਕਮੈਂਟ ਪੜ੍ਹਿਆ, ਇੱਕ ਕਮੈਂਟ। ਮੇਰੀ ਜਿਹੜੀ ਜੋਸ਼ ਟੋਕ ਹੈ 8 ਮਿਲੀਅਨ ਜਾ ਚੁੱਕੀ ਆ ਹਿੰਦੀ ਵਾਲੀ, ਮੈਂ ਇੱਕ ਕਮੈਂਟ ਪੜ੍ਹਿਆ। ਔਰ ਜਦੋਂ ਤੁਸੀਂ ਆਪਣੇ ਲਈ ਕੁਝ ਚੰਗਾ ਪੜ੍ਹਦੇ ਹੋ ਨਾ, ਤੁਹਾਨੂੰ ਚੰਗਾ ਮਹਿਸੂਸ ਹੁੰਦਾ, ਔਰ ਤੁਹਾਨੂੰ ਪਤਾ ਲੱਗਦਾ, ਤੁਹਾਨੂੰ ਆਪਣੇ ਆਪ 'ਤੇ ਪ੍ਰਾਊਡ ਫੀਲ ਹੁੰਦਾ ਕਿ ਯੈਸ ਮੈਂ ਜੋ ਕੀਤਾ ਮੈਂ ਸਹੀ ਕੀਤਾ। ਜਿਹੜੀ ਤਾਕਤ ਹੁੰਦੀ ਆ ਉਹ ਵੀ ਦੁੱਗਣੀ ਹੋ ਜਾਂਦੀ ਆ। ਤੇ ਮੈਮ ਬਹੁਤ ਬਹੁਤ ਸ਼ੁਕਰੀਆ, ਗੱਲਬਾਤ ਕੀਤੀ, ਟਾਈਮ ਦਿੱਤਾ, ਤੇ ਬਹੁਤ ਸੋਹਣੀ ਜਿਹੜੀ ਹੈਗੀ ਮੋਟੀਵੇਸ਼ਨਲ ਚੀਜ਼ਾਂ ਗੱਲਾਂ ਜਿਹੜੀਆਂ ਆ ਹੋਰ ਵੀ ਕੁੜੀਆਂ ਨੂੰ ਜਿਹੜੀਆਂ ਉਤਸ਼ਾਹਿਤ ਕਰਨਗੀਆਂ ਤਾਂ ਉਹ ਆਪਣੇ ਜਿਹੜਾ ਹੈਗਾ ਆਪਣੇ ਦੇ ਲਈ ਆਵਾਜ਼, ਆਪਣੇ ਆਪ ਦੇ ਲਈ ਆਵਾਜ਼ ਚੱਕ ਸਕਣ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ। ਥੈਂਕ ਯੂ ਜਸਪ੍ਰੀਤ, ਥੈਂਕ ਯੂ ਸੋ ਮਚ। ਸੋ ਜੀ ਇਹ ਸੀ ਸਾਡੇ ਨਾਲ ਅਨਾਮਿਕਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਹੈਗੇ ਆ ਉਹ ਪਲ ਤੁਹਾਡੇ ਨਾਲ ਸਾਂਝੇ ਕੀਤੇ, ਜਿੱਥੋਂ ਨਿਕਲ ਕੇ ਅੱਜ ਉਹ ਇੱਕ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਨੇ। ਸੋ ਇਹ ਇੰਟਰਵਿਊ ਉਹਨਾਂ ਕੁੜੀਆਂ ਦੇ ਲਈ ਵੀ ਬਹੁਤ ਲਾਹੇਵੰਦ ਹੋਣਗੀਆਂ ਜਿਹੜੀਆਂ ਕਿ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਨੇ ਪਰ ਆਵਾਜ਼ ਨਹੀਂ ਚੱਕ ਪਾਉਂਦੀਆਂ। ਸੋ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਆਪਣੀ ਮਦਦ ਕਰੋਗੇ ਤਾਂ ਤੁਹਾਨੂੰ ਆਪ ਨੂੰ ਜਿਹੜਾ ਹੈਗਾ ਹੌਸਲਾ ਮਿਲੇਗਾ, ਤੁਸੀਂ ਖੁਦ ਜਿਹੜਾ ਹੈਗਾ ਉਸ ਸਿਚੁਏਸ਼ਨ ਦੇ ਵਿੱਚੋਂ ਨਿਕਲ ਸਕਦੇ ਹੋ। ਦੇਖਦੇ ਰਹੋ ਸਾਡਾ ਚੈਨਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।